ਹਾਜ਼ਰ ਹਾਂ ਦੋਸਤੋ ਨਵੀਂ ਕਿਤਾਬ ਦੇ ਨਾਲ ਨਵੇਂ ਇਸ਼ੂਜ਼ ਦੇ ਨਾਲ, ਕਿਉਂਕਿ ਆਪਾਂ ਗੱਲ ਕੀਤੀ ਸੀ ਅਸੀਂ ਇਕੱਲੇ ਕਿਤਾਬ ਦੀ ਗੱਲ ਨਹੀਂ ਕਰਿਆ ਕਰਨੀ। ਉਹ ਕਿਤਾਬ ਦਾ ਮਹੱਤਵ ਕੀ ਹੈ, ਉਹਦਾ ਜਨਮ ਕਿਵੇਂ ਹੋ ਗਿਆ, ਉਹ ਕਿਵੇਂ ਪੈਦਾ ਹੋ ਗਈ, ਉਹ ਕੀ ਅਸਰ ਕਰ ਰਹੀ ਹੈ। ਨੈਚੁਰਲੀ ਸ਼ਬਦ ਦਾ ਅਸਰ ਅਸੀਂ ਸਾਰੇ ਹੀ ਜਾਣਦੇ ਹਾਂ। ਔਰ ਕਿਉਂਕਿ ਸਰੋਕਾਰ ਨੇ ਸਾਡੇ ਔਰ ਇੱਧਰ ਉੱਧਰ ਗਲਪ ਨੂੰ ਪੜ੍ਹਦਿਆਂ ਲਿਖਦਿਆਂ ਬੈਖਰੀ ਦੀ ਗੱਲ ਕੀਤੀ ਸੀ। ਅੰਧਰੇਟੇ ਦਾ ਜੋਗੀ, ਕਿਉਂਕਿ ਚਰਚਾ 'ਚ ਸੀ ਉਹ ਕਿਤਾਬ, ਰੇਖਾ ਚਿੱਤਰਾਂ ਨੂੰ ਲੈ ਕੇ ਪ੍ਰੋਜ਼ ਮਰਦੀ ਜਾ ਰਹੀ ਹੈ ਪੰਜਾਬੀ 'ਚੋਂ। ਹਾਲਾਂਕਿ ਸਾਡੀ ਉਹ ਜੋਤੀ ਇੱਕ ਕੁੜੀ, ਉਹਨੇ ਨਵੇਂ ਪ੍ਰਯੋਗ ਕਰਨੇ ਸ਼ੁਰੂ ਕੀਤੇ ਨੇ ਪ੍ਰੋਜ਼ ਦੇ ਵਿੱਚ, ਵਾਰਤਕ ਦੇ ਵਿੱਚ ਉਹਦੀ ਕਿਤਾਬ ਪਿਛਲੇ ਦਿਨੀ ਆਈ ਹੈ। ਅੱਜ ਜਿਹੜੀ ਕਿਤਾਬ ਨੂੰ ਮੈਂ ਤੁਹਾਡੇ ਨਾਲ ਇੰਟਰੋਡਿਊਸ ਕਰਵਾਉਣਾ ਹੈ, ਉਹਦੇ ਬਾਰੇ ਮੈਂ ਕੁਝ ਗੱਲਾਂ ਸਾਂਝੀਆਂ ਕਰਨੀਆਂ ਨੇ। ਸਾਡੇ ਦੋਸਤ ਨੇ, ਹਿੰਦੀ ਦੇ ਕਥਾਕਾਰ ਨੇ, ਯੁਵਾ ਕਥਾਕਾਰ ਕਹਿ ਲਓ ਜਾਂ ਹੁਣ ਤਾਂ ਹੰਡਿਆ ਹੋਇਆ ਕਥਾਕਾਰ ਕਹਿ ਸਕਦਾ, ਹਾਲਾਂਕਿ ਯੰਗ ਹੈ ਉਹ ਮੇਰੇ ਵਾਂਗ, ਅਜੇ ਨੌਜਵਾਨ ਹੀ ਹੈ। ਚੰਦਨ ਪਾਂਡੇ, ਅੱਛਾ ਨਾਮ ਉਹਨਾਂ ਦਾ ਹਿੰਦੀ ਕਥਾਕਾਰ ਜੀ। ਬਟ ਉਹਨਾਂ ਦਾ ਇੱਕ ਤਾਜ਼ਾ, ਹਾਲਾਂਕਿ ਇਹ 3 ਲੜੀਆਂ ਦੇ ਵਿੱਚ ਆਏਗਾ। ਪਹਿਲਾ ਲੜੀ ਉਹਦੀ ਆ ਗਈ ਆ, ਨਾਵਲ ਹੈ ਉਹਨਾਂ ਦਾ ਵੈਧਾਨਿਕ ਗਲਪ। ਮੈਂ ਟਾਈਟਲ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ, ਬੜਾ ਅੱਛਾ ਟਾਈਟਲ ਹੈ। ਰਾਜਕਮਲ, ਰਾਜਕਮਲ ਨੇ ਛਾਪਿਆ ਆ, ਅੰਗਰੇਜ਼ੀ 'ਚ ਵੀ ਹਾਰਪਨ ਕੋਲਿਨ ਸ਼ਾਇਦ ਇਹਦਾ ਟਰਾਂਸਲੇਸ਼ਨ ਛਾਪ ਰਿਹਾ ਹੈ। ਛੇਤੀ ਲੋਕਾਂ ਦੇ ਵਿੱਚ ਮਕਬੂਲ ਹੋ ਗਿਆ ਵੈਧਾਨਿਕ ਗਲਪ। ਇਹ ਰਚਨਾ ਜਿਹੜੀ ਹੈ ਨਾ ਬਹੁਤ ਮਹੱਤਵਪੂਰਨ ਹੈ। ਮਹੱਤਵਪੂਰਨ ਇਨ ਦਾ ਸੈਂਸ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਅਸੀਂ ਖਾਸ ਕਰਕੇ 2014 ਤੋਂ ਬਾਅਦ ਦੀ ਪੋਲੀਟੀਕਲ ਸੋਸ਼ਲ ਜਾਂ ਈਵਨ 17 ਦੇ ਵਿੱਚ, ਜਿਸ ਵੇਲੇ ਯੂਪੀ ਦੇ ਵਿੱਚ ਬੀਜੇਪੀ ਲੈਡ ਸਰਕਾਰ, ਯੋਗੀ ਲੈਡ ਸਰਕਾਰ ਬਣਦੀ ਹੈ, ਉੱਥੇ ਜੋ ਕੁਛ ਹੋਇਆ, ਜਾਂ ਪਿਛਲੇ ਸਮਿਆਂ ਦੌਰਾਨ ਯੂਪੀ ਬਿਹਾਰ ਦੇ ਬਾਰਡਰ 'ਤੇ ਜਾਂ ਜਿਹੜੇ ਨੈਕਸਲਾਈਟ ਦੇ ਨਾਮ ਦੇ ਉੱਤੇ, ਜਾਂ ਜਿਹੜੇ ਥੋੜ੍ਹੇ ਪ੍ਰੋਗਰੈਸਿਵ ਖਿਆਲਾਂ ਦੇ ਲੋਕ ਲੜ ਰਹੇ ਸਨ, ਜੰਗਲੀ ਟਰਾਈਬਸ ਜਿਹੜੇ ਲੜ ਰਹੇ ਸਨ, ਜਾਂ ਇੰਟੈਲੈਕਚੁਅਲ ਜਿਨ੍ਹਾਂ ਨੂੰ ਅਰਬਨ ਨਕਸਲ ਕਹਿ ਕੇ ਦਬਾਇਆ ਗਿਆ, ਗਮ ਗਵਾਚ ਦਿੱਤੇ ਗਏ, ਉਹਨਾਂ 'ਤੇ ਕਿਹੋ ਜਿਹੇ ਤਸ਼ੱਦਦ ਹੁੰਦੇ ਨੇ, ਕਿਵੇਂ ਇਸ ਸੁਸਾਇਟੀ ਦੇ ਰੰਗ ਮੰਚ ਤੋਂ ਲੋਕ ਗਾਇਬ ਕਰ ਦਿੱਤੇ ਜਾਂਦੇ ਨੇ। ਸੋ ਉਹ ਸਾਰੇ ਦੇ ਸਾਰੇ ਜਿਹੜੇ ਸਾਡੇ ਕੰਸਰਨ ਨੇ। ਅਸੀਂ ਹੁਣੇ ਹੀ ਵਿਕਾਸ ਦੁਬੇ ਆਇਆ, ਉਹਦੇ ਨਾਲ ਤੁਸੀਂ ਸਹਿਮਤ ਨਾ ਹੋਵੋ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਉਹਦੇ ਐਨਕਾਊਂਟਰ ਦੀ ਕਹਾਣੀ ਘੜੀ, ਅਜੇ ਜਾਂਚ ਦੇ ਘੇਰੇ 'ਚ ਆ। ਕੋਰਟ ਕੀ ਕਹਿੰਦੀ ਆ, ਜਾਂਚ ਕੀ ਕਹਿੰਦੀ ਆ, ਪਰੰਤੂ ਇੱਕ ਅਸੀਂ ਦੇਖਦੇ ਹਾਂ ਕਿ ਜਿਹੜਾ ਸਾਡਾ ਸਿਸਟਮ ਹੈ ਉਹ ਕਿਵੇਂ ਇੱਕ ਦੂਸਰੀ ਕਿਸਮ ਦਾ ਨੈਰੇਟਿਵ ਘੜਦਾ ਹੈ ਸਾਡੇ ਸਾਹਮਣੇ। ਇੱਕ ਉਹ ਵੀ ਨਾਵਲ ਲਿਖ ਰਹੇ ਨੇ, ਉਹ ਵੀ ਮੈਂ ਇੱਕ ਕਾਰਟੂਨ ਦੇਖ ਰਿਹਾ ਸੀਗਾ ਜਿਹਦੇ ਵਿੱਚ ਸ਼ਾਇਦ ਇਸਮਾਇਲ ਲਹਿਰੀ ਹੋਰਾਂ ਦਾ ਹੀ ਕਾਰਟੂਨ ਸੀ। ਉਹ ਵੱਡੇ ਕਾਰਟੂਨਿਸਟ ਨੇ, ਉਹਨਾਂ ਨੇ ਕਿਹਾ ਸੀ, ਉਹ ਪੁਲਿਸ ਵਾਲਾ ਹੈ, ਕਿ ਅਸੀਂ ਬਹੁਤ ਜਲਦੀ ਪੁਲਿਸ 'ਚ ਭਰਤੀ ਕਰਨ ਜਾ ਰਹੇ ਹਾਂ ਗਲਪਕਾਰਾਂ ਦੀ, ਸਟੋਰੀ ਰਾਈਟਰਸ ਦੀ ਭਰਤੀ ਕਰਨ ਜਾ ਰਹੇ ਹਾਂ, ਜਿਹੜੇ ਸਟੋਰੀਜ਼ ਘੜਨਗੇ ਅਤੇ ਉਹਦੇ ਮੁਤਾਬਕ ਉਹ ਸਾਰੇ ਦਾ ਸਾਰਾ। ਸੋ ਸਿਸਟਮ ਦਾ ਇੱਕ ਆਪਣਾ ਨਰੇਟਿਵ ਜਿਹੜਾ ਉਹ ਖੜਾ ਕਰਦੀ ਆ, ਇਹੋ ਜਿਹੀਆਂ ਕਹਾਣੀਆਂ ਘੜਦੀ ਆ। ਸੋ ਉਸ ਨਰੇਟਿਵ ਦੇ ਤਹਿਤ ਕਿਵੇਂ ਪੁਲਿਸ ਤੰਤਰ ਦਾ ਆਪਣਾ ਸਾਰੇ ਦਾ ਸਾਰਾ ਜੋ ਹੈਜਮੋਨਿਕ ਉਹਨਾਂ ਦਾ ਕਲਚਰ ਹੈ, ਜਿਸ ਤਰੀਕੇ ਦਾ ਉਹ ਜੋ ਚਾਹੁਣ ਉਹ ਕਰ ਲੈਣ, ਜੋ ਪੁਲਿਸ ਦੀ ਵਿਵਸਥਾ ਹੈ, ਉਸ ਸਾਰੇ ਦੇ ਉੱਤੇ ਇੱਕ ਜਾਂ ਜੋ ਤੰਤਰ ਹੈ ਜੋ ਅਸੀਂ ਝੇਲ ਰਹੇ ਹਾਂ, ਜਿਹੜੇ ਅਸੀਂ ਮੈਨੂੰ ਯਾਦ ਆ ਰਿਹਾ ਹੈ ਕਿ ਸਾਡੇ ਕੰਸਰਨ ਕੀ ਹੁੰਦੇ ਨੇ। ਤਾਂ ਅੱਜ ਇਸ ਦੌਰ 'ਚ ਪੰਜਾਬੀ ਜਰਨਲਿਜ਼ਮ 'ਚ, ਰਾਈਟਿੰਗ 'ਚ, ਜੇ ਮੈਂ ਰਾਈਟਿੰਗਸ ਲਵਾਂ ਤਾਂ ਥੋੜ੍ਹਾ ਜਿਹਾ ਅਫਸੋਸ ਹੁੰਦਾ, ਕਵਿਤਾ ਕਿਤੇ ਕੋਈ ਗੱਲ ਕਰਦੀ ਹੈ, ਪਰ ਜਿਵੇਂ ਇਹ ਵੈਧਾਨਿਕ ਗਲਪ ਦੇ ਤਹਿਤ ਚੰਦਨ ਪਾਂਡੇ ਨੇ ਬਿਹਾਰ ਔਰ ਯੂਪੀ ਦੇ ਬਾਰਡਰ ਦੇ ਨਾਲ ਲੱਗਦੇ ਉਹਨਾਂ ਲੜਾਕਿਆਂ ਦੇ ਗੁਆ ਦਿੱਤੇ ਜਾਣ ਦੀਆਂ ਕਹਾਣੀਆਂ ਨੂੰ, ਜਿਹਦੀਆਂ ਕਹਾਣੀਆਂ 'ਤੇ ਫਿਰ ਮੈਂ ਕਿਹਾ ਕਿ ਸਿਸਟਮ ਆਪਣਾ ਇੱਕ ਦੂਸਰਾ ਨਰੇਟਿਵ ਸਰਜਰੀ ਹੁੰਦੀ ਆ, ਉਹਦੇ ਨਰੇਟਿਵ ਨੂੰ ਉਸ ਪਰਸਪੈਕਟਿਵ ਤੋਂ, ਇੱਕ ਲੋਕਾਈ ਦੇ ਆਵਾਮ ਦੇ ਪਰਸਪੈਕਟਿਵ ਤੋਂ, ਲੜਾਕਿਆਂ ਦੇ ਪਰਸਪੈਕਟਿਵ ਤੋਂ, ਸੋ ਸਿਸਟਮ ਦੇ ਖਿਲਾਫ ਲੜ ਰਹੇ ਲੋਕਾਂ ਦੇ ਪਰਸਪੈਕਟਿਵ ਤੋਂ ਸਾਡੇ ਸਾਹਮਣੇ ਕੋਈ ਐਡੀਆਂ ਵੱਡੀਆਂ ਰਚਨਾਵਾਂ ਨਹੀਂ ਆ ਰਹੀਆਂ। ਪੰਜਾਬੀ ਦਾ ਦੁਖਾਂਤ ਆਇਆ, ਪੰਜਾਬੀ 'ਚ ਆਉਂਦੀਆਂ ਰਹੀਆਂ ਨੇ, ਮੈਂ ਤਾਂ ਕਹਿ ਰਿਹਾ। ਤਾਂ
ਤਾਂ ਇੱਕ ਕਾਲਮ ਜਿਹੜੀ ਹੈ, ਕੁਝ ਹੋਰ ਕਾਲਮਾਂ ਵੀ ਨੇ, ਬਟ ਇੱਕ ਡਾਇਰੈਕਟ ਕਾਲਮ ਸਾਡੇ ਕੋਲ ਡਾਕਟਰ ਸਵਰਾਜ ਵੀਰ ਦੇ ਰੂਪ ਦੇ ਵਿੱਚ ਆਉਂਦੀ ਹੈ ਪਿਛਲੇ ਸਮੇਂ ਦੇ ਵਿੱਚ, ਜਿਸ ਵੇਲੇ ਉਹ ਪੰਜਾਬੀ ਟ੍ਰਿਬਿਊਨ ਦਾ ਮੁੱਖ ਸੰਪਾਦਕ ਦੇ ਤੌਰ ਦੇ ਉੱਤੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ। ਪੀ ਕਵਰਸ ਨੇ ਲੜਾਈਆਂ, ਲੋਕਾਂ ਦੀਆਂ ਲੜਾਈਆਂ ਪੀ ਕਵਰਸ ਨੇ ਲੀਕ ਖਿੱਚ ਕੇ ਗੱਲ ਕਰਨੀ, ਔਰ ਟ੍ਰਿਬਿਊਨ ਵਰਗੇ ਅਦਾਰੇ ਜਿਹਦੇ ਤੇ ਅਸੀਂ ਸਤਿਕਾਰ ਵੀ ਕਰਦੇ ਹਾਂ, ਜਿਹਦੇ ਤੇ ਮਾਣ ਵੀ ਕੀਤਾ ਜਾ ਸਕਦਾ, ਉਹਨਾਂ ਦੀ ਹਿਸਟੋਰੀਕਲ ਬੈਕਗਰਾਊਂਡ ਦੇਖਦੇ ਹਾਂ, ਕਿਵੇਂ ਉਹਨਾਂ ਨੇ ਬਾਰ-ਬਾਰ ਉਹਨਾਂ ਦੇ ਉਹ ਚਿਤਾਰਿਆ ਵੀ, ਉਹਨਾਂ ਦੇ ਕੱਢ ਕੇ ਸਾਹਮਣੇ ਵੀ ਰੱਖਿਆ ਸਾਮੁਖ ਕਿ ਸਾਡੀਆਂ ਡਿਊਟੀਆਂ ਆ, ਅਸੀਂ ਪੇ ਕਰਦੇ ਰਹੇ ਹਾਂ, ਅੱਜ ਸਾਡੀਆਂ ਆ ਨੇ। ਤਾਂ ਮੈਂ ਉਹਨਾਂ ਦਾ ਪਿਛਲੇ ਸਮੇਂ ਦਾ ਇੱਕ ਸੰਪਾਦਕੀ ਪੜ੍ਹ ਰਿਹਾ ਸੀਗਾ, ਜਿਹੜਾ ਉਹਨਾਂ ਨੇ ਉੱਤਰ ਪ੍ਰਦੇਸ਼ ਦੇ ਚਿਤਰਕੂਟ ਜਿਨ੍ਹਾਂ ਏਰੀਆਜ਼ ਦੇ ਨੇੜੇ ਤੇੜੇ ਕਿਤੇ ਚੰਦਨ ਪਾਂਡੇ ਦਾ ਇਹ ਨਾਵਲ ਖੜਦਾ ਹੈ, ਜਿਨ੍ਹਾਂ ਇਸ਼ੂਜ਼ ਨੂੰ ਉਭਾਰਦਾ ਹੈ, ਉਹਨਾਂ ਦੇ ਨਾਲ ਦੇ ਇਸ਼ੂਜ਼ ਦੀ ਗੱਲ ਕਰਦੇ ਹਾਂ। ਉਹਨਾਂ ਨੇ ਉਹ ਕਿਵੇਂ ਫਿਰ ਉਹਦੀ ਮੈਥੀਕਲ, ਉਹਦੀ ਹਿਸਟੋਰੀਕਲ ਬੈਕਗਰਾਊਂਡ 'ਚ ਜਾਂਦੇ ਨੇ ਕਿ ਮਹਾਰਿਸ਼ੀ ਵਾਲਮੀਕ ਦੀ ਰਮਾਇਣ ਦੇ ਹਵਾਲੇ ਦੇ ਨਾਲ ਉਹ ਆਪਣਾ ਐਡੀਟੋਰੀਅਲ ਸ਼ੁਰੂ ਕਰਦੇ ਨੇ ਕਿ ਜਿਸ ਵੇਲੇ ਉਹਨਾਂ ਨੂੰ ਬਨਵਾਸ ਦੇ ਦਿੱਤਾ ਗਿਆ ਤੇ ਉਹ ਰਿਸ਼ੀ ਭਾਰਦਵਾਜ ਕੋਲ ਜਾਂਦੇ ਨੇ ਤੇ ਉੱਥੇ ਜੰਗਲ ਦੇ ਵਿੱਚ ਸੇਫ ਥਾਂ ਦੀ ਦੱਸ ਪਾਉਂਦੇ ਨੇ। ਭਾਰਦਵਾਜ ਤਾਂ ਉਹ ਜਿਸ ਖੇਤਰ ਦੀ ਦੱਸ ਪਾਉਂਦੇ ਨੇ ਉਹ ਚਿਤਰਕੂਟ ਖੇਤਰ ਹੈ, ਔਰ ਭਾਰਦਵਾਜ ਕਹਿੰਦੇ ਨੇ ਕਿ ਉੱਥੇ ਮੰਦਾਕਨੀ ਨਦੀ, ਅਨੇਕ ਜਲ ਸਰੋਤ, ਪਰਬਤ ਚੋਟੀਆਂ, ਗੁਫਾਵਾਂ, ਝਰਨੇ ਨੇ, ਔਰ ਉੱਥੇ ਦੀ ਭੋਏ ਕੋਮਲ ਤੇ ਦ੍ਰਿਸ਼ ਮਨਮੋਹਕ ਹੈ। ਉੱਥੇ ਦਾਵਾ ਨਾਲ, ਜਿਹਨੂੰ ਜੰਗਲ ਵਾਲੀ ਅੱਗ ਨਹੀਂ ਹੈ, ਉਹਦਾ ਕੋਈ ਭੈ ਨਹੀਂ ਆ। ਤੁਸੀਂ ਉੱਥੇ ਜਾ ਕੇ, ਔਰ ਕਿਹਾ ਜਾਂਦਾ ਆ ਕਿ 11 ਸਾਲ ਤੱਕ ਜਿਹੜੇ ਆ ਉਹ ਰਾਮ ਪਰਿਵਾਰ ਜਿਹੜਾ ਹੈ ਉੱਥੇ ਉਸ ਥਾਂ ਦੇ ਉੱਤੇ, ਇਲਾਕੇ ਦੇ ਉੱਤੇ ਸਮਾਂ ਆਪਣਾ ਬਤੀਤ ਕਰਦਾ ਹੈ, ਚਿਤਰਕੂਟ ਪਰਬਤ ਦੇ ਉੱਤੇ। ਤਾਂ ਉਹਦੇ ਹਵਾਲੇ ਦੇ ਨਾਲ ਇੱਕ ਅੱਜ ਦੀ ਹਾਲਤ ਦੱਸਦੇ ਹਾਂ ਕਿ ਉਹ ਜਿੱਥੇ ਜਮਨਾ ਹੈ, ਜਿੱਥੇ ਮੰਦਾਕਨੀ ਹੈ, ਜਿੱਥੇ ਗੁੰਡਾ ਹੈ, ਜਿੱਥੇ ਬਾਗੇ ਹੈ, ਜਿੱਥੇ ਵਾਲਮੀਕੀ ਹੈ, ਜਿੱਥੇ ਬਾਰਦਾਹਾ ਨਦੀਆਂ ਵਹਿੰਦੀਆਂ ਨੇ, ਔਰ ਉੱਤਰੀ ਵਿੰਧਿਆਚਲ ਪਰਬਤਮਾਲਾ ਨਾਲ ਸੰਬੰਧਿਤ ਮੜਫਾ, ਵਾਲਮੀਕੀ ਪਹਾੜ, ਚਿਤਰਕੂਟ ਪਰਬਤਮਾਲਾ, ਹੋਰ ਸਾਰੇ ਪਹਾੜ ਨੇ, ਗ੍ਰੇਨਾਈਟ, ਸੈਂਡਸਟੋਨ, ਸਿਲਿਕਾ ਧਾਤਾਂ ਮਿਲਦੀਆਂ ਨੇ, ਜਿੱਥੇ ਇੰਨੀ ਰਿਚ, ਜਿੱਥੇ ਕੁਦਰਤ ਦਾ ਇੰਨਾ ਹੈ। ਉੱਥੇ ਇੰਡੀਆ ਟੂਡੇ ਟੀਵੀ ਦੇ ਰਿਪੋਰਟ ਦੇ ਹਵਾਲੇ ਦੇ ਨਾਲ ਇਹ ਦੱਸ ਰਿਹਾ ਸੀਗਾ ਕਿ ਜਿਹੜੀਆਂ ਖਨਨ ਮਜ਼ਦੂਰ ਕੁੜੀਆਂ ਨੇ, ਨੌਜਵਾਨ ਕੁੜੀਆਂ ਨੇ, ਉਹਨਾਂ ਨੂੰ ਸ਼ਰਤੀਆ, ਉਹ ਸਾਰੇ ਖਨਨ ਮਾਫੀਆ, ਉਹ ਖਨਨ ਪ੍ਰੋਜੈਕਟ ਵਾਲੇ, ਉਹ ਜਿਹੜੇ ਵੀ ਨੇ, ਉਹ ਕਬਾਇਲੀ ਭਾਈਚਾਰੇ ਦੀਆਂ, ਜਨਜਾਤੀਆਂ ਦੀਆਂ ਉਸ ਕੁੜੀਆਂ ਨੂੰ 150 ਤੋਂ 200 ਰੁਪਈਆ ਦਿਹਾੜੀ ਦੇ ਉੱਤੇ ਖਨਨ ਦੇ ਉੱਤੇ ਰੋਜ਼ਗਾਰ ਦਿੱਤਾ ਜਾਂਦਾ ਹੈ, ਪਰੰਤੂ ਨਾਲ ਉਹਨਾਂ ਦਾ ਸਰੀਰਕ ਸ਼ੋਸ਼ਣ, ਦੈਹਿਕ ਸ਼ੋਸ਼ਣ ਲਾਜ਼ਮ ਸ਼ਰਤ ਹੈ। ਉਹ ਟੀਵੀ ਤੇ ਕਿਵੇਂ ਮੁਕਰਦੀਆਂ ਨੇ, ਪੁਲਿਸ ਕਮਿਸ਼ਨ ਕੋਲ ਕਿਵੇਂ, ਸਾਡੇ ਵੂਮਨ ਕਮਿਸ਼ਨ ਕੋਲ ਕਿਸ ਤਰੀਕੇ ਰਿਪੋਰਟ ਜਾਂਦੀ ਹੈ, ਉਹ ਸਟੇਟ ਕਮਿਸ਼ਨ ਨੂੰ ਕਹਿੰਦੇ ਨੇ, ਤੇ ਉਹੀ ਪੁਲਿਸ ਅਧਿਕਾਰੀ ਜਿਹੜੇ ਉਹਨਾਂ ਦੇ ਉੱਤੇ ਦਾਬੇ ਵਰਗਾ ਕਿਤੇ ਨਾ ਕਿਤੇ ਉਸ ਸਿਸਟਮ ਦੇ ਵਿੱਚ ਆਪਣਾ ਸਾਰਾ ਕਰ ਰਹੇ ਹੁੰਦੇ ਆ, ਉਹੀ ਦਿਖਾਈ ਦਿੰਦੇ ਨੇ ਮੁੜ ਕੇ ਇਹ ਕਹਿਣ ਦੇ ਵਿੱਚ ਕਿ ਇਹੋ ਜਿਹੀ ਕੋਈ ਵੀ ਗੱਲ ਜਿਹੜੀ ਉਹ ਨਹੀਂ ਹੈ। ਤਾਂ ਜਿਹੜੀ ਸਿਖਰ ਦੀ ਫਿਕਰਾ ਸੈਂਟੈਂਸ ਦਾ ਮੈਂ ਡਾਕਟਰ ਸਵਰਾਜ ਵੀਰ ਦੀ ਸੰਪਾਦਕੀ 'ਚੋਂ ਹੀ ਪੜ੍ਹ ਕੇ ਸੁਣਾਉਣਾ ਚਾਹੁੰਦਾ। ਉਹ ਕਹਿੰਦੇ ਤਾਕਤਵਰ ਸਿਰਫ ਮਰਦਾਂ ਤੇ ਔਰਤਾਂ ਤੋਂ ਵਿੱਤ ਤੋਂ ਜ਼ਿਆਦਾ ਕੰਮ ਹੀ ਨਹੀਂ ਕਰਵਾਉਣਾ ਚਾਹੁੰਦੇ, ਸਗੋਂ ਉਹਨਾਂ ਦੇ ਸਰੀਰਾਂ ਉੱਤੇ ਆਪਣੀ ਤਾਕਤ ਦੇ ਨਿਸ਼ਾਨ ਵੀ ਦਾਗਣੇ ਚਾਹੁੰਦੇ ਨੇ, ਔਰਤ ਦੇ ਸਰੀਰ ਉੱਤੇ ਪਾਰਟੀਕੂਲਰਲੀ। ਸੋ ਮੈਨੂੰ ਲੱਗਦਾ ਇਹੋ ਜਿਹੇ ਮਰਹਲਿਆਂ ਦੇ ਵਿੱਚ ਔਰ ਐਂਡ 'ਤੇ ਜਿਹੜਾ ਉਹਨਾਂ ਨੇ ਇੱਕ ਨਿਸ਼ਾਨਦੇਹੀ ਕਰਦੇ ਆ ਸਾਡੀ ਡਿਊਟੀ, ਸਾਡੇ ਫਰਜ਼ ਦੀ ਗੱਲ, ਸਾਡੇ ਰਾਈਟਰ ਦੀ, ਸਾਡੇ ਲੜਾਕੂਆਂ ਦੀ, ਸਾਡੇ ਸਮਾਜਿਕ ਕਾਰਕੁਨਾਂ ਦੀ, ਸਾਡੇ ਕਵੀਆਂ ਦੀ, ਸਾਡੀ ਈਵਨ ਮੈਂ ਕਹਿੰਦਾ ਈਵਨ ਸਵਰਾਜ ਵੀਰ ਹੋਰਾਂ ਦੀ ਆਪਣੀ ਜਿਹੜੀ ਡਿਊਟੀ ਹੈ ਉਹਦੇ ਪ੍ਰਤੀ ਉਹ ਸਾਨੂੰ ਸੁਚੇਤ ਕਰਦੇ ਨੇ। ਜਿਹੜੀ ਡਿਊਟੀ ਚੰਦਨ ਪਾਂਡੇ ਵੈਧਾਨਿਕ ਗਲਪ ਨਾਵਲ ਲਿਖਦਿਆਂ ਨਿਭਾਉਂਦਾ ਹੈ, ਜਿਹੜੀ ਮੈਂ ਕਹਿੰਦਾ ਸਾਡਾ ਅੱਜ ਦਾ ਫਰਜ਼ ਬਣਦਾ ਆ, ਸਾਡੇ ਗਲਪ ਦਾ ਫਰਜ਼, ਸਾਡੇ ਨਾਵਲ ਦਾ ਫਰਜ਼, ਕਿ ਅਸੀਂ ਕਿਹੜੇ ਕੰਸਰਨਸ ਦੇ ਉੱਤੇ ਨਾਵਲ ਲਿਖ ਰਹੇ ਹਾਂ, ਖਾਸ ਕਰਕੇ ਪੰਜਾਬੀ ਵਾਲੇ। ਮੈਂ ਪੰਜਾਬੀ ਦੇ ਨਾਵਲ ਦੀ ਗੱਲ ਕਰਾਂਗਾ। ਚੰਦਨ ਪਾਂਡੇ ਦਾ ਇਹ ਪਹਿਲਾ ਨਾਵਲ ਆ। ਮੈਂ ਇੱਕ ਅੱਧਾ ਨਾਵਲ ਇੱਥੇ ਆਇਆ ਵੀ ਹੈ ਜਿਹਦਾ ਹਵਾਲਾ ਮੈਂ ਤੁਹਾਨੂੰ ਦੇ ਕੇ ਥੋੜ੍ਹੀ ਜਿਹੀ ਗੱਲ ਅੱਗੇ ਖੋਲਾਂਗਾ, ਪਰੰਤੂ ਸਵਰਾਜ ਵੀਰ ਦੀ ਟਿੱਪਣੀ ਦਾ ਆਖਰੀ ਹਿੱਸਾ, ਉਹਨਾਂ ਦੀ ਸੰਪਾਦਕੀ ਦਾ ਆਖਰੀ ਹਿੱਸਾ, ਕਿ ਸਾਡੇ ਦੇਸ਼ ਵਿੱਚ ਸੋਸ਼ਲ ਮੀਡੀਆ ਦੀ ਪੱਧਰ 'ਤੇ ਤਾਂ ਕਈ ਥਾਵਾਂ 'ਤੇ ਅਨਿਆਂ ਦਾ ਵਿਰੋਧ ਹੁੰਦਾ ਦਿਖਾਈ ਦਿੰਦਾ ਹੈ, ਪਰ ਜ਼ਮੀਨੀ ਪੱਧਰ 'ਤੇ ਉਸ ਦਾ ਅਕਸ ਤੇ ਝਲਕ ਨਜ਼ਰ ਨਹੀਂ ਆਉਂਦੇ। ਇਹ ਖਿਲਾਫ ਭਿਆਨਕ ਹੈ। ਸਿਆਸੀ ਪਾਰਟੀਆਂ
ਅਤੇ ਜਮਹੂਰੀ ਸਮਾਜਿਕ ਤੇ ਜਨਤਕ ਜਥੇਬੰਦੀਆਂ ਨੂੰ ਇਸ ਸੰਬੰਧ ਵਿੱਚ ਚੇਤਨ ਹੋਣ ਦੀ ਜ਼ਰੂਰਤ ਹੈ। ਉਹਨਾਂ ਦਾ ਏਕਾ ਤੇ ਏਕੇ ਵਿੱਚੋਂ ਉਗਮਣ ਵਾਲਾ ਸੰਘਰਸ਼ ਹੀ ਇਸ ਖਲਾਅ ਨੂੰ ਭਰ ਸਕਦੇ ਹਨ। ਦੁਨੀਆ ਭਰ ਵਿੱਚ ਹਾਕਮ ਜਮਾਤਾਂ COVID-19 ਦੇ ਓਲੇ ਵਿੱਚ ਜਮਹੂਰੀ ਅੰਦੋਲਨਾਂ ਅਤੇ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਮਹੂਰੀ ਸ਼ਕਤੀਆਂ ਨੂੰ ਜ਼ਮੀਨੀ ਪੱਧਰ ਤੇ ਸੰਘਰਸ਼ਾਂ 'ਚੋਂ ਗੈਰ ਹਾਜ਼ਰ ਰਹਿ ਕੇ ਹਾਕਮ ਜਮਾਤਾਂ ਦੀ ਸਹਾਇਤਾ ਨਹੀਂ ਕਰਨੀ ਚਾਹੀਦੀ। ਸਾਰੇ ਵੇਲੇ ਸੰਘਰਸ਼ ਦੇ ਵੇਲੇ ਹੁੰਦੇ ਹਨ, ਭਾਵੇਂ ਉਹਨਾਂ ਵਿੱਚ ਮਹਾਂਮਾਰੀਆਂ ਹੋਣ ਜਾਂ ਨਾ ਹੋਣ। ਜ਼ਮੀਨੀ ਸੰਘਰਸ਼ 'ਚੋਂ ਗੈਰ ਹਾਜ਼ਰੀ ਇੱਕ ਭਿਆਨਕ ਮਹਾਂਮਾਰੀ ਬਣ ਸਕਦੀ ਹੈ। ਸੋ ਦਿਸ ਇਜ਼ ਅਵਰ ਡਿਊਟੀ, ਸਾਡੀ ਜ਼ਿੰਮੇਵਾਰੀ ਹੈ ਜਿਸ ਵੱਲ ਡਾਕਟਰ ਸਵਰਾਜ ਵੀਰ ਹੋਰਾਂ ਨੇ ਔਰ ਉਹਨਾਂ ਦੀ ਹਰ ਸੰਪਾਦਕੀ ਦੇ ਵਿੱਚ ਉਹ ਡਿਊਟੀ ਨਿਭਾਉਂਦੇ ਨੇ ਔਰ ਸਾਨੂੰ ਪ੍ਰੇਰਿਤ ਕਰਦੇ ਨੇ। ਔਰ ਮੈਂ ਇੱਥੋਂ ਤੱਕ ਅਸੀਂ ਥੋੜ੍ਹਾ ਜਿਹਾ ਸਰੋਕਾਰ ਰੱਖਣ ਵਾਲੇ ਲੋਕ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਜੇ ਉਹਨਾਂ ਦੀ ਪਿੱਠ 'ਤੇ ਹੀ ਖੜ ਜਾਈਏ ਕਿ ਭਾਈ ਇਹ ਜੋ ਇੱਕ ਸ਼ਖਸੀਅਤ ਲਿਖ ਰਹੀ ਆ ਅਸੀਂ ਇਹਦੇ ਨਾਲ ਖੜੇ ਹਾਂ, ਤਾਂ ਸਾਡਾ ਕਿਤੇ ਨਾ ਕਿਤੇ ਅਸੀਂ ਆਪਣੀ ਡਿਊਟੀ ਤੋਂ ਜਿਹੜੀ ਮੈਨੂੰ ਲੱਗਦਾ ਅਸੀਂ ਕੋਤਾਹੀ ਵਰਤ ਰਹੇ ਹਾਂ। ਮੈਂ ਕੋਤਾਹੀ ਵਰਤ ਰਿਹਾ ਹਾਂ। ਇਹੋ ਜਿਹੇ ਮਰਹਲਿਆਂ ਦੇ ਵਿੱਚ ਸਾਨੂੰ ਜਿਹੜੀਆਂ ਰਚਨਾਵਾਂ ਦੇਣੀਆਂ ਚਾਹੀਦੀਆਂ, ਬੀਇੰਗ ਰਾਈਟਰ ਲੇਖਕ ਨਹੀਂ ਆ, ਤੇ ਯਾਰ ਸਾਡੇ ਕੋਲ ਇਸ ਟਾਈਮ ਸੋਸ਼ਲ ਮੀਡੀਆ ਦੇ ਨਾਲ ਸਾਡੇ ਕੋਲ ਪ੍ਰਿੰਟ ਮੀਡੀਆ ਤਾਂ ਹੈ ਨਾ, ਕਿਤੇ ਸਹੁੰ ਖਾਣ ਲਈ ਤਾਂ ਬਚਿਆ ਹੋਇਆ ਹੈ ਨਾ ਕਿਤੇ, ਜਿੱਥੇ ਅਸੀਂ ਆਪਣੀਆਂ ਗੱਲਾਂ ਨੂੰ ਰੱਖ ਸਕੀਏ। ਜਿਨ੍ਹਾਂ ਦੇ ਵਿੱਚੋਂ ਮੈਂ ਕਹਿੰਦਾ ਕਿ ਗਲਪ ਦੇ ਖੇਤਰ ਦੇ ਵਿੱਚ ਚੰਦਨ ਪਾਂਡੇ ਹੋਰਾਂ ਨੇ ਆਪਣੇ ਹਿੰਦੀ ਦਾ ਇਹ ਨਾਵਲ ਜਿਹੜਾ ਹੈ, ਔਰ ਜਦੋਂ ਇਹੋ ਜਿਹੀ ਕੋਈ ਕਿਸੇ ਸੂਖਮ ਵਿਧਾ ਦੇ ਉੱਤੇ ਅਸੀਂ ਗੱਲ ਕਰ ਰਹੇ ਹੁੰਦੇ ਹਾਂ ਜਾਂ ਜਿਹੜੇ ਅਨੁਭਵਾਂ ਦੀ ਗੱਲ ਕਰ ਰਹੇ ਹੁੰਦੇ ਆ, ਤਾਂ ਚੰਦਨ ਨਾਲ ਮੈਂ ਇਹਦੇ ਹਵਾਲੇ ਦੇ ਨਾਲ ਗੱਲ ਕਰ ਰਿਹਾ ਸੀਗਾ। ਤਾਂ ਚੰਦਨ ਜਿਵੇਂ ਦੇਖ ਰਿਹਾ ਸੀਗਾ ਕਿ ਜਿਹੜੇ ਨਰੇਟਿਵ ਸਿਸਟਮ ਦੇ ਨਰੇਟਿਵ ਦੀ ਮੈਂ ਗੱਲ ਕਰ ਰਿਹਾ ਹਾਂ, ਉਸ ਨਰੇਟਿਵ ਦੇ ਵਿੱਚ ਚੰਦਨ ਪਾਂਡੇ ਥਰੂ ਮੈਂ ਬਿਰਤਾਂਤਕਾਰ ਦਖਲ ਹੈ, ਤੀਸਰੇ ਬੰਦੇ ਦਾ ਦਖਲ ਜਿਹੜਾ ਲਗਾਤਾਰ ਅੰਗਰੇਜ਼ ਫਿਊਡਲ ਦੌਰ ਤੋਂ ਲੈ ਕੇ ਕਲੋਨੀਅਲ ਪੀਰੀਅਡ ਤੋਂ ਲੈ ਕੇ ਇੱਕ ਦਾਬਾ, ਇੱਕ ਪੁਲਿਸ ਤੰਤਰ ਦਾ ਦਾਬਾ, ਇੱਕ ਸਿਸਟਮ ਦਾ ਦਾਬਾ, ਇੱਕ ਸੱਤਾਧਾਰੀ ਇੱਕ ਹੈਜਮੋਨਿਕ ਕਲਚਰ ਦਾ ਦਾਬਾ ਸਹਿੰਦੇ ਤੁਰੇ ਆ ਰਹੇ ਨੇ, ਗੁੰਮ ਗੁਆਚਦੇ ਤੁਰੇ ਜਾ ਰਹੇ ਨੇ। ਉਹਨਾਂ ਦੇ ਵਿੱਚ ਇੱਕ ਤੀਸਰਾ ਦਖਲ ਜਿਹੜਾ ਬਾਹਰੀ ਦਖਲ ਹੈ, ਦਿੱਲੀ ਦਾ ਦਖਲ ਹੈ, ਜਾਂ ਇੱਕ ਮਾਡਰਨ ਸੈਂਸਿਬਿਲਿਟੀ ਦਾ ਦਖਲ ਹੈ, ਮਾਡਰਨ ਐਲੀਮੈਂਟ ਦਾ ਦਖਲ ਹੈ, ਜਿਹੜਾ ਇਸ ਸਾਰੇ ਘੜੇ ਜਾ ਰਹੇ ਸਟੇਟ ਸਿਸਟਮ ਦੇ ਘੜੇ ਜਾ ਰਹੇ ਨਰੇਟਿਵ 'ਚ ਇੱਕ ਵੱਡ ਮਾਰਦਾ ਹੈ, ਇੱਕ ਸਵਾਲ ਪੈਦਾ ਕਰਦਾ ਹੈ। ਚੰਦਨ ਪਾਂਡੇ ਦਾ ਇਹ ਸਾਰੇ ਦਾ ਸਾਰਾ ਨਾਵਲ ਉਹ ਇੱਕ ਕਾਰਕੁਨ ਹੈ, ਇੱਕ ਨਾਟਕਕਾਰ ਹੈ, ਇੱਕ ਅਧਿਆਪਕ ਹੈ, ਇੱਕ ਲੜਾਕੂ ਜੁਝਾਰ ਵਿਦਰੋਹੀ ਸੋਚ ਦਾ ਧਾਰਨੀ ਵਿਅਕਤੀ ਹੈ। ਮੈਂ ਪਾਤਰ ਦੀ ਪੁਰਾਣੀ ਰਹੀ ਹੋਈ ਦੋਸਤ ਦਾ ਹਸਬੈਂਡ ਹੈ ਔਰ ਕਿਵੇਂ ਉਹ ਲਾਪਤਾ ਹੋ ਗਿਆ ਹੈ, ਇਹ ਉਹਦੀ 10 ਪੁੱਛ ਦੇ ਵਿੱਚ ਉਸ ਏਰੀਆਜ਼ ਦੇ ਵਿੱਚ ਜਾਂਦਾ ਹੈ। ਚੰਦਨ ਆਪਣੀ ਨਾਵਲੀ ਜੁਗਤਾਂ ਦੇ ਰਾਹੀਂ ਉਸ ਏਰੀਆ ਦੇ ਵਿੱਚ ਕਿਸ ਤਰੀਕੇ ਦੇ ਉਹ ਡਰਾਈਵਰ ਦੇ ਹਵਾਲੇ ਦੇ ਨਾਲ ਉਹ ਡਰਾਈਵਰ ਇਹਨੂੰ ਦੱਸਦਾ ਹੈ ਕਿ ਇੱਥੇ ਕਿਵੇਂ ਤਸਕਰੀ ਹੁੰਦੀ ਹੈ, ਇੱਥੇ ਦਾ ਮਾਨਵੀ ਬਿਹੇਵ ਕਿਹੋ ਜਿਹਾ ਹੈ, ਇੱਥੇ ਦੀ ਪੁਲਿਸ ਕਿਹੋ ਜਿਹੀ ਹੈ, ਇੱਥੇ ਦਾ ਰਾਜਤੰਤਰ ਕਿਹੋ ਜਿਹਾ ਹੈ, ਇੱਥੇ ਦੇ ਲੋਕ ਕਿਹੋ ਜਿਹੇ ਨੇ, ਗੁੰਡਾ ਐਲੀਮੈਂਟ ਕਿਹੋ ਜਿਹਾ ਹੈ। ਸੋ ਉਹ ਸਾਰੇ ਸਿਸਟਮ ਦੀਆਂ ਬਰੀਕ ਨਬਜ਼ਾਂ ਪਛਾਣਦਿਆਂ ਹੋਇਆਂ ਤੁਹਾਡੇ ਸਾਹਮਣੇ ਇੱਕ ਵਿਸ਼ਾਲ ਕੈਨਵਸ ਦੇ ਵਿੱਚ ਉਸ ਏਰੀਆਜ਼ ਨੂੰ, ਕਿਉਂਕਿ ਇਹ ਹਰ ਇੱਕ ਆਪਣੀ ਜੋਗ੍ਰਾਫੀਕਲ ਭੂਗੋਲਿਕ ਸਾਰੇ ਦਾ ਸਾਰਾ ਉਹਦਾ ਸਮਾਜਤੰਤਰਿਕ ਸਾਰੇ ਦਾ ਸਾਰਾ, ਉੱਥੇ ਦਾ ਜਾਤੀ ਤੰਤਰ ਸਾਰੇ ਦਾ ਸਾਰਾ ਇਹਨਾਂ ਸਾਰੀਆਂ ਬਿਮਾਰੀਆਂ ਨੂੰ, ਘੁੰਠਾਵਾਂ ਨੂੰ, ਸਮਾਜ ਦੇ ਉਤਰਾਅ ਚੜਾਵਾਂ ਨੂੰ ਉਹ ਕਰ ਰਿਹਾ ਹੁੰਦਾ ਆ, ਆਤਮਸਾਤ ਅਸਿਮੀਲੇਟ ਕਰ ਰਿਹਾ ਹੁੰਦਾ, ਡਿਫਾਈਨ ਕਰ ਰਿਹਾ ਹੁੰਦਾ, ਰੀਸ਼ੇਪ ਕਰ ਰਿਹਾ ਹੁੰਦਾ, ਬਣਾ ਰਿਹਾ ਹੁੰਦਾ। ਤਾਂ ਚੰਦਨ ਛੋਟੀਆਂ ਛੋਹਾਂ ਦੇ ਨਾਲ ਉਹ ਇਮਾਰਤਾਂ ਦੱਸਦਿਆਂ ਉਹ ਜੇ ਤੁਹਾਡੇ ਸਾਹਮਣੇ ਉਹ ਇੱਕ ਥਾਣੇ ਦਾ ਦ੍ਰਿਸ਼ ਦੱਸਦਾ ਹੈ, ਤਾਂ ਉਹਦੇ ਸਾਈਨਸ ਜਿਹੜੇ ਦੱਸਦਾ ਹੈ, ਜਿਹੜੇ ਉਹਦੇ ਪੁਲਿਸ ਦੇ ਖੜੇ ਹੋਣ ਦਾ ਸਟਾਈਲ ਦੱਸਦਾ ਹੈ, ਜਾਂ ਫਿਰ ਜਿਹੜੀ ਮਾਰਮਿਕਤਾ ਦੱਸਦਾ ਹੈ ਉੱਥੇ ਜ਼ੁਲਮ ਦੀ ਮਾਰਮਿਕਤਾ। ਮੈਂ ਬਹੁਤਾ ਡਿਟੇਲ ਦੇ ਵਿੱਚ ਇਹਦੇ ਵਿੱਚ ਕਹਾਣੀ ਸੁਣਾਉਣ ਵਾਲੀ ਗੱਲ ਹੁੰਦੀ ਨਹੀਂ ਹੈ,
ਅਸੀਂ ਜੋ ਥਾਟ ਹੈ ਮੇਰੇ ਖਿਆਲ ਦੇ ਨਾਲ ਮੈਂ ਉਹ ਇਹਨਾਂ ਕਿਤਾਬਾਂ ਦੇ ਵਿੱਚੋਂ ਸ਼ੇਅਰ ਕਰਦਾ ਹੁੰਦਾ ਹਾਂ, ਤਾਂ ਉੱਥੇ ਦੀ ਮਾਰਮਿਕਤਾ ਜਿਹੜੀ ਹੈ, ਜਿਹੜੀ ਸਾਨੂੰ ਅਸੀਂ ਕਦੇ ਫਿਲਮਾਂ 'ਚ ਦੇਖੀ ਹੁੰਦੀ ਹੈ, ਪਰ ਜਿਹੜੀ ਯਥਾਰਥ ਹੈ ਸਾਡਾ ਫਿਲਮਾਂ ਵਿੱਚ ਵੀ ਯਥਾਰਥ ਕੁਝ ਨਹੀਂ ਹੁੰਦਾ ਹੈ, ਉਹਨੂੰ ਫਿਲਮਾਂਕਣ ਕੀਤਾ ਗਿਆ ਹੋਵੇ ਕਿਸੇ ਸਟਾਈਲ ਦੇ ਨਾਲ, ਹੋਰ ਗੱਲ ਹੈ। ਪਰੰਤੂ ਜਦੋਂ ਚੰਦਨ ਪਾਂਡੇ ਵਰਗੇ ਯਥਾਰਥਕ ਰੀਅਲਿਸਟਿਕ ਨਾਵਲਿਸਟ ਲਿਖਣ ਵਾਲੇ ਜਾਗਦੇ ਯੰਗ ਜਨਰੇਸ਼ਨ ਦੇ ਬੰਦੇ ਦੀ ਹੈ, ਰਾਈਟਰ ਦੀ ਆਬਜ਼ਰਵੇਸ਼ਨ ਹੈ ਜਾਂ ਉਹ ਲਿਖਦਾ ਹੈ, ਤਾਂ ਮੈਂ ਇੱਥੇ ਦੇਖ ਰਿਹਾ ਸੀ, ਉਹ ਜ਼ਰੂਰ ਮੈਂ ਪੈਰਾ ਤੁਹਾਨੂੰ ਚਾਹਾਂਗਾ ਮੈਂ ਉਹ ਪੜ੍ਹਾਂ, ਜਿਹਦੇ ਨਾਲ ਇੱਕ ਦ੍ਰਿਸ਼ ਐਸਾ ਪੈਦਾ ਹੋ ਜਾਂਦਾ ਕਿ ਭਾਈ ਇੰਨਾ ਭਿਆਨਕ ਹੈ ਸਾਰਾ ਕੁਝ। ਮੈਂ मैं पढ़दा ਉਹਨੂੰ, मैं हिंदी 'ਚ ही पढ़दा हाँ। मेरे ख्याल नाल पंजाबी सुनने वाले तो सारे हिंदी समझ लेंदे ने, हालांकि हिंदी हो सकता चंदन नूं मेरियां गल्लां बहुतियां समझ ना आउण, पर समझ आ जाणगियां। मेरा चिर परिचित दोस्त है, वो पंजाब दे विच अपनी जॉब के मामले च इधर उधर जाता रहिंदा। होर भी साडे बहुत सारे राइटर्स का मित्र है, वो बड़ा प्यारा भोला इनोसेंट जी तबीयत का मालक है। दुखांत की है, कित्थे तक घोर है अन्याय पुलिस तंत्र का, और बाद दे विच वो जिहड़ियां कहानियां घड़नियां हुंदियां ने, असीं विकास दुबे कानपुर वाली कहानी भी हुणे ही जानते हैं, असीं मॉब लिंचिंग वालियां कहानियां सारियां ही जानते हैं किवें घड़ियां गईयां। उहदे तो बाद असीं दबोलकर तो बाद दीयां कहानियां सारियां ही जानते हैं, असीं पंसारे दे कतल तो बाद दीयां कहानियां सारे ही जानते हैं, असीं रोहित बेमुल्ला तो बाद दीयां घड़ियां गईयां सारियां कहानियां सुनियां पढ़ियां जानियां हुईयां ने, वो सारे दीयां सारियां असीं यानी इन्हां कतलों के गवाह असीं, और उन्हां कहानियां दे गवाह असीं जिहड़ियां बाद दे विच सिस्टम वालों जिहड़े नरेटिव सिरजे जांदे ने, उन्हां नरेटिव दे विच किते ना किते कोई सूई मारदा मैनूं नज़र नहीं आता। पर चंदन पांडे इत्थे सूई मारदा है। चंदन दैट्स वाई मैं पंजाबी दे विचों आउंदा सीधा ही हिंदी वाले नावल ते क्यों आ गया। तुसीं देखो वो दृश्य कैसा दे रहा कि अनसुया की बातों से लगा था अनेक लोग होंगे, चार थे। वो अनसुया के घर वाला किडनैप हो गया है, पुलिस FIR लॉन्च नहीं करवा रही, पुलिस का तशद्दद चल रहा, धक्का चल रहा, FIR लॉन्च करवाउण गए हुए ने। ये मैं पात्र जिहड़ा मॉडर्न के नाम के उत्ते चंदन पांडे कहंदा कि उस नरेटिव्स दे विच दखल देण आ जांदा, एक मॉडर्न सेंसिबिलिटी और मॉडर्न एलीमेंट जिहदे नाल किते ना किते उस नरेटिव दे विच झटका पैंदा है, कट लगदा है। उस दृश्य है उत्थे पुलिस दे तशद्दद दा, एक ही फील कर रहा है जिहड़ा थर्ड पर्सन आ गया है, बाहरी तत्व जिहड़ा आ गया है उस चलदे सिस्टम नूं ब्रेक करन दे विच, तां ओह किवें फील कर रहा है। और चार थे, उसे लेकर ये लोग थाने की तरफ मुंह कर खड़े थे जैसे मंदिर की तरफ खड़े हों। खड़े होने के सलीके में भी जांचना का भाव था। चंदन दी ये खूबसूरती है कि निक्के निक्के फिक्रियां दे नाल, यानी मंदिर की तरफ खड़े हों और जांचना कित्थे हो जेल है। तुसीं उन्हां किन्ना बारीक है ये राइटर, दो लाइनां दे विच जेल च खड़े ने, ओह थाने च खड़े ने, ओह FIR लॉन्च करवाउण आए ने जिथे उन्हां दी सुनवाई नहीं हो रही, पर दूसरे फिक्र है जैसे मंदिर में खड़े हों। यार ऐसा सटायर, ऐसा तिखा व्यंग, ये हुंदी है रचना धर्मता। एक तो परत ऐसियां निकलन। साडे कोल तां इत्थे ऐसे बृतांतकार ने, मैं विच ही छड्डदा यार। मैं ये पहला नावल है, चंदन यंग राइटर है, दो कहानी संग्रह आए ने, उस तो बाद ये नावल लैके आ गया, एडा तिखा नावल लैके। सवाल मेरे कोल एक पंजाबी का नावल आया, चिरां दा आया होया सीगा, पर जदों मैं इहदे हवाले दे नाल मैं देखिया यार असीं पंजाबी कित्थे खड़े हाँ। ये सिमरत गगन है, साडी कुड़ी अच्छी नज़म लिखदी है। मैं अपने फेसबुक ते इहदियां कुछ नज़मां नूं लैके कुछ टिप्पणियां भी पाईयां सीगियां, जिहदे तो लोग हैरान भी होए सी कि नज़म इस तरीके काली पढ़दा है। तां ये इन्हां दा नावल आ गया जी काली कथा, सिमरत गगन होना दा नावल काली कथा आ गया। मैं देखिया, पढ़िया,
ਮਾਈ ਗੋਡ, ਇਹ ਵੀ ਉਹਨਾਂ ਦਾ ਪਹਿਲਾ ਨਾਵਲ ਹੈ। ਨੋ ਡਾਊਟ ਤੁਹਾਡੇ ਐਕਸਪੀਰੀਐਂਸਿਸ ਹੁੰਦੇ ਨੇ, ਰਾਈਟਰ ਦੇ ਐਕਸਪੀਰੀਐਂਸਿਸ ਹੁੰਦੇ ਨੇ, ਪਰ ਰਾਈਟਰ ਦਾ ਇੱਕ ਧਰਮ ਹੁੰਦਾ ਆ। ਰਾਈਟਰ ਨੇ ਜਦੋਂ ਜਦੋਂ ਕੋਈ ਰਚਨਾ ਕਰਨੀ ਹੁੰਦੀ ਆ, ਉਹ ਅਨੁਭਵ ਨੇ ਜਦੋਂ ਵੀ ਗਲਪ ਜਾਂ ਪੋਇਟਰੀ ਜਾਂ ਕੋਈ ਵੀ ਫਿਕਸ਼ਨਲ ਨਾਟਕ, ਕੋਈ ਵੀ ਲਿਟਰੇਰੀ ਰੂਪ ਧਾਰਨ ਕਰਨਾ ਹੁੰਦਾ ਹੈ, ਤਾਂ ਉਹਦਾ ਇੱਕ ਆਪਣਾ ਧਰਮ ਹੈ। ਲਿਟਰੇਚਰ ਦਾ ਇੱਕ ਆਪਣਾ ਧਰਮ ਹੈ, ਔਰ ਉਹ ਧਰਮ ਮੈਂ ਹੈਰਾਨ ਰਹਿ ਗਿਆ। ਨੋ ਡਾਊਟ ਔਰਤ ਦੇ ਉੱਤੇ ਤਸ਼ੱਦਦ ਦਾ ਇਹ ਨਾਵਲ ਹੈ। ਬੇਬਾਕ ਇਹਨੂੰ ਕਹਿ ਰਹੇ ਨੇ ਲੋਕ, ਮੈਂ ਉਹਨੂੰ ਬੇਬਾਕੀ ਨਹੀਂ ਕਹਿੰਦਾ। ਬੇਬਾਕੀ ਤਾਂ ਓਲੇ ਦੇ ਵਿੱਚ ਜ਼ਿਆਦਾ ਬੇਬਾਕੀ ਹੁੰਦੀ ਆ। ਇੱਕ ਗਾਲਪਨਿਕ ਓਲਾ ਜਿਹੜਾ ਹੁੰਦਾ, ਤੁਸੀਂ ਗਾਲਾਂ ਕੱਢ ਦਿੱਤੀਆਂ, ਤੁਸੀਂ ਫਰਨੇਸ਼ਵਰ ਰੇਣੂ ਜਦੋਂ ਗਾਲ ਕੱਢਦੇ ਆ ਮੈਲਾ ਆਂਚਲ 'ਚ ਜਾਂ ਅਦਰਵਾਈਜ਼, ਤਾਂ ਉਹ ਤੁਹਾਨੂੰ ਗਾਲ ਨਜ਼ਰ ਨਹੀਂ ਆਉਂਦੀ ਹੈ। ਇਹ ਨਾਵਲ ਮੈਂ ਪੜ੍ਹਿਆ, ਇਹਦੇ ਵਿੱਚ ਗਾਲ ਨਜ਼ਰ ਆਉਂਦੀ ਹੈ, ਔਰ ਇੰਨਾ ਚੀਪ ਮਤਲਬ ਅਨੁਭਵ ਨੂੰ ਵੀ ਇੰਨੇ ਇਸ ਪੱਧਰ 'ਤੇ ਜਾ ਕੇ। ਔਰ ਮੈਂ ਹੈਰਾਨ ਹਾਂ ਕਿ ਸਾਡੇ ਵੱਡੇ ਆਪਣੇ ਕਹਿੰਦੇ ਕਹਾਉਂਦੇ ਸਿੱਧੂ ਦਮਦਮੀ ਹੋਰੀ ਛੋਟਾ ਨਾਮ ਨਹੀਂ ਆ, ਐਡੇ ਵੱਡੇ ਅਹੁਦਿਆਂ 'ਤੇ ਰਹੇ ਨੇ। ਸੰਖ ਨਾਂ ਦਾ ਮੈਗਜ਼ੀਨ ਕੱਢਦੇ ਰਹੇ ਨੇ, ਸੰਖ ਜਿਹਦੇ ਸੀਰੀਅਲ ਵਾਈਜ਼ ਇਹ ਨਾਵਲ ਛਾਪਿਆ ਵੀ, ਔਰ ਉਹ ਕਹਿੰਦੇ ਨੇ ਕਿ ਉਸ ਜੁਝਾਰੂ ਔਰਤ ਦੀ ਕਾਲੀ ਕਥਾ ਹੈ ਜਿਸ ਦਾ ਓਹੋ ਸਿਰ ਰੌਸ਼ਨੀ ਨਾਲ ਭਰਿਆ ਹੈ। ਔਰ ਮੈਂ ਇਸ ਕਰੈਕਟਰ ਦਾ ਸਿਰ ਇੰਨੀ ਕਾਲਖ ਨਾਲ ਭਰਿਆ ਦੇਖਿਆ। ਔਰ ਤੁਸੀਂ ਕਿਸੇ ਜਾਤੀ ਅਵਚੇਤਨ ਦੇ ਵਿੱਚੋਂ ਲਿਖ ਰਹੇ ਹੁੰਦੇ ਹੋ, ਤੁਸੀਂ ਨਾਰੀ ਦੇ ਅਵਚੇਤਨ 'ਚੋਂ ਲਿਖ ਰਹੇ ਹੁੰਦੇ ਹੋ, ਤੁਸੀਂ ਕੁਝ ਕਲਚਰਲ ਐਂਥਰੋਪੋਲੋਜੀ ਦੀ ਗੱਲ ਕਰ ਰਹੇ ਹੁੰਦੇ ਹੋ, ਤੁਸੀਂ ਕਲਚਰਲ ਹੈਜਮੋਨੀ ਦੀ ਗੱਲ ਕਰ ਰਹੇ ਹੁੰਦੇ ਹੋ, ਤੁਸੀਂ ਪਾਤਰਾਂ ਦੇ ਹੈਜਮੋਨਿਕ ਵਿਹਾਰ ਦੀ ਗੱਲ ਕਰ ਰਹੇ ਹੁੰਦੇ ਹੋ। ਪਰ ਕਿਤੇ ਨਾ ਕਿਤੇ ਲਿਟਰੇਚਰ, ਮੈਂ ਚੰਦਨ ਪਾਂਡੇ ਦਾ पढ़ रहे हैं कि वो खड़े ने उसे लेकर, ये लोग थाने की तरफ मुंह कर खड़े हैं जैसे मंदिर की तरफ खड़े हों। खड़े होने के सलीके ने में भी याचना का भाव था। किन्ना गहरा लै गया साडी ਜਿਹੜੀ ਅਵਚੇਤਨ ਦੇ ਵਿੱਚ ਮੰਦਰ ਦੇ ਸਾਹਮਣੇ ਖੜੇ ਹੋ ਕੇ ਜਾਚਨਾ, ਔਰ ਵਿਅੰਗ ਕਿੰਨਾ, ਸਟਾਇਰ ਕਿੰਨਾ ਆ। ਫੇਰ ਖੜੇ ਕਿੱਥੇ ਨੇ? ਉਹ ਤਾਂ ਖੜੇ ਨੇ ਥਾਣੇ। ਸੋ ਉਹਨਾਂ ਦਾ ਅਵਚੇਤਨ ਦੇ ਨਾਲ ਥਾਣੇ ਦੇ ਵਿੱਚ ਉਹ ਸਾਰੇ ਦਾ ਸਾਰਾ ਮੇਲ ਕਰਨਾ ਜਿਹੜਾ ਹੈ। 2 ਲਾਈਨਾਂ ਦੇ ਉੱਤੇ ਜੇ ਮੈਂ ਲੱਗੇ ਰਵਾਂ 1 ਘੰਟਾ ਮੈਂ ਤੁਹਾਡੇ ਨਾਲ ਗੱਲਾਂ ਕਰ ਸਕਦਾ ਹਾਂ। ਚੰਦਨ ਪਾਂਡੇ 2 ਲਾਈਨਾਂ 'ਚ ਕੀ ਕਹਿ ਰਿਹਾ ਆ। ਔਰ ਮੈਂ ਤੁਹਾਨੂੰ ਇਹਦੇ ਵਿੱਚੋਂ ਸਿਰਫ ਇਸ ਨਾਵਲ ਬਾਰੇ ਮੈਂ ਬਹੁਤ ਹੀ ਚਰਚਾ ਨਹੀਂ ਕਰਨੀ ਚਾਹੁੰਦਾ, ਕਿਉਂਕਿ ਦਿਸ ਇਜ਼ ਨਾਟ ਨਾਵਲ ਐਟ ਆਲ। ਇਹ ਕੋਈ ਲਿਟਰੇਰੀ ਪੀਸ ਮੈਨੂੰ ਨਹੀਂ ਲੱਗਾ। ਕਾਲੀ ਕਥਾ ਆ। ਸਿਮਰਤ ਗਗਨ ਸਾਡੀ ਕੁੜੀ ਆ, ਸਾਡੀ ਦੋਸਤ ਆ, ਪਰ ਕੋਈ ਗੱਲ ਨਹੀਂ, ਦੋਸਤਾਂ ਨੂੰ ਇੰਨਾ ਹੀ ਇੱਦਾਂ ਹੀ ਲੈਣਾ ਚਾਹੀਦਾ, ਇੰਨੀ ਇਮਾਨਦਾਰੀ ਦੇ ਨਾਲ ਹੀ ਲੈਣਾ ਚਾਹੀਦਾ। ਮੈਂ ਉਹਦੇ ਵਿੱਚੋਂ ਵੀ ਇੱਕ ਪੈਰਾ, ਉਹ ਪੈਰੇ ਦੇ ਆਉਣ ਤੋਂ ਪਹਿਲਾਂ, ਕਿਉਂਕਿ ਉਹ ਬਹੁਤ ਸਿੰਸੀਅਰ ਗੱਲ ਹੈ, ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ। ਇਹ ਗੱਲ ਮੈਂ ਤਾਂ ਕਰਨੀ, ਇਹਦੇ ਵਿੱਚ ਵੀ ਦਇਆ, ਮੈਂ ਪਾਤਰ ਜਿਹੜੀ ਆਲਰੇਡੀ ਡਿਸਾਈਡ ਕਰ ਚੁੱਕੀ ਹੈ, ਕਰੁਣਾ, ਦਇਆ, ਪੀਟੀ ਦਾ। ਔਰ ਜਦੋਂ ਅਸੀਂ ਇਹੋ ਜਿਹੇ ਸਵਾਲਾਂ ਦੀ ਗੱਲ ਕਰਦੇ ਹਾਂ ਜਿਹੜੇ ਹਾਸ਼ੀਆਗਤ ਕਰ ਦਿੱਤੀਆਂ ਗਈਆਂ ਧਿਰਾਂ ਦੇ ਬਾਰੇ 'ਚ ਰਚਨਾਵਾਂ ਆਉਂਦੀਆਂ ਨੇ, ਤਾਂ ਸਾਨੂੰ ਬਹੁਤ ਅਲਰਟ ਰਹਿਣ ਦੀ ਲੋੜ ਹੁੰਦੀ ਹੈ। ਸਾਨੂੰ ਦਇਆ ਦੀ ਲੋੜ ਨਹੀਂ ਹੁੰਦੀ ਹੈ। ਮੈਂ ਪੰਜਾਬੀ ਸਵੈ ਜੀਵਨੀ ਦੇ ਹਵਾਲੇ ਦੇ ਨਾਲ ਗੱਲ ਕਰਦਾ ਹੁੰਦਾ ਹਾਂ। ਸਾਡੇ ਕੋਲ ਲਾਲ ਸਿੰਘ ਦਿਲ ਜਿਸ ਵੇਲੇ ਦਾਸਤਾਨ ਲਿਖਦਾ ਹੈ ਆਪਣੀ ਸਵੈ ਜੀਵਨੀ, ਕਿਤੇ ਦਇਆ ਦੀ ਗੱਲ ਨਹੀਂ ਕਰਦਾ ਹੈ। ਉਹੀ ਗੁਰਬਤ ਹਟਾਉਂਦਾ, ਉਹੀ ਜਾਤੀ ਹਉਮੈ ਹਟਾਉਂਦਾ, ਉਹੀ ਕੁੱਟ ਖਾਂਦਾ, ਉਹੀ ਨਕਸਲੀਆਂ ਨਾਲ ਜਾਂਦਾ। ਪਰ ਕਿਤੇ ਵੀ, ਮੈਂ ਸਰੂਪ ਸਿਆਲਵੀ ਹੋਣਾ ਦੀ ਸਵੈ ਜੀਵਨੀ ਪੜ੍ਹ ਰਿਹਾ ਸੀ, ਜਲਾਲਤ। ਉਹ ਨਾਮ ਕਿਵੇਂ ਉਹਨਾਂ ਨੇ ਜਲਾਲਤ ਰੱਖ ਦਿੱਤਾ ਜਾਂ ਕਿੰਨੇ ਸਲਾਹ ਦੇਤੀ ਮੈਂ ਕਹਿ ਨਹੀਂ ਸਕਦਾ। ਉਹ ਬਹੁਤ ਮਾੜਾ ਨਾਮ ਹੈ ਉਹਦਾ, ਜਲਾਲਤ। ਜਦੋਂ ਤੁਸੀਂ ਕਰਦੇ ਆ ਤਾਂ ਕਿਤੇ ਨਾ ਕਿਤੇ ਉਹ ਪੀਟੀ, ਜਿਹੜੀ ਗੱਲ ਮੈਂ ਕਹਿ ਰਿਹਾ ਕਿ ਦਇਆ ਭਾਵਨਾ ਤੁਹਾਡੇ ਮਨ 'ਚ ਪੈਦਾ ਨਹੀਂ ਹੋਣੀ ਚਾਹੀਦੀ ਪਾਠਕ ਦਰਸ਼ਕ ਦੇ, ਤਾਂ ਉਹ ਪਰ ਜਦੋਂ ਅਸੀਂ ਉਹਦੀ ਉਹ ਰਚਨਾ ਨੂੰ ਪੜ੍ਹਦੇ ਹਾਂ ਤਾਂ ਕਿੰਨੇ ਸਾਇੰਟੀਫਿਕ ਤਰੀਕੇ ਨਾਲ, ਸੋਸ਼ਲ ਸਾਇੰਸ ਦੀ ਮੈਂ ਗੱਲ ਕਰ ਰਿਹਾ, ਉਹ ਕੇਸ ਅੰਦਾਜ਼ ਦੇ ਵਿੱਚ ਆਪਣੇ ਪੁਰਖਿਆਂ ਦੀਆਂ ਗੱਲਾਂ, ਆਪਣੇ ਜਠੇਰਿਆਂ ਦੀਆਂ ਗੱਲਾਂ, ਆਪਣੀਆਂ ਸਤੀਆਂ ਦੀਆਂ ਗੱਲਾਂ, ਆਪਣੇ ਪਾਕਿਸਤਾਨ ਤੋਂ ਉੱਜੜ ਕੇ ਆਉਣ ਦੀਆਂ ਗੱਲਾਂ, ਉਹ ਕਿਵੇਂ ਜੁੱਤੀਆਂ ਗੰਢਣ ਦੀਆਂ ਗੱਲਾਂ, ਕਿਵੇਂ ਉਹ ਬਾਮ ਸੇਫ ਦੀਆਂ ਗੱਲਾਂ, ਕਿੰਨੇ ਸਹਿਜ ਤਰੀਕੇ ਦੇ ਨਾਲ ਆਪਣੀ ਲੜਾਈ ਦੀਆਂ ਗੱਲਾਂ, ਪਿੰਡ 'ਚ ਵਿੰਗੀ ਟੇਢੀ ਗਲੀ ਸਿੱਧੀ ਗਲੀ ਵਰਗੀਆਂ ਕਹਾਣੀਆਂ ਉਹਨੇ ਲਿਖਣ ਵਾਲੀਆਂ। ਸੰਘਰਸ਼ਸ਼ੀਲ ਆਦਮੀ ਆ, ਮਿੱਥ ਦੇ ਵਿੱਚੋਂ ਲੈ ਕੇ ਕਿਸ ਤਰੀਕੇ ਦੀਆਂ ਉਹ ਗੱਲਾਂ ਕਰਦਾ, ਜਾਂ ਸਾਡੇ ਜੀਵਨ ਦੇ ਵਿੱਚ, ਦਲਿਤ ਜੀਵਨ ਦੇ ਵਿੱਚ ਕਿਸ ਤਰੀਕੇ ਮਿੱਥ ਰਲ ਮਿਲੀ ਹੋਈ ਆ, ਹਿਸਟਰੀ ਨੂੰ ਕਿਵੇਂ ਬਿਆਨ ਕਰਨਾ। ਇੰਨਾ ਰੈਸ਼ਨਲ ਹੋ ਕੇ, ਇੰਨਾ ਪਰੇ ਹੋ ਕੇ
ਜਾਂ ਮੈਂ ਗੁਰਦਾਸ ਰਾਮ ਘਾਰੂ ਹੁਣਾਂ ਦੀ ਜੀਵਨੀ ਨਹੀਂ ਚੇਤੇ ਕਰਦਾ ਤਾਂ ਕਿਸ ਤਰੀਕੇ ਦੇ ਨਾਲ ਸਾਡੇ ਦਲਿਤ ਪਰਿਵਾਰਾਂ ਦੇ ਵਿੱਚ ਨਾਮਧਾਰੀਆਂ ਦਾ ਰੱਖ ਰਖਾਓ ਜਾਂ ਉਹਨਾਂ ਦਾ ਪ੍ਰਭਾਵ ਜਾਂ ਉਹਨਾਂ ਦਾ ਸਾਰਾ ਅਸੀਂ ਉਹ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਕੋਈ ਵੀ ਪੀਟੀ ਜਾਂ ਮੈਂ ਜਦੋਂ ਬਲਬੀਰ ਮਾਧੋਪੁਰੀ ਹੁਣਾਂ ਦਾ, ਹਾਲਾਂਕਿ ਉਹ ਬਹੁਤ ਪ੍ਰਸਿੱਧ ਹੋ ਗਏ, ਅੰਗਰੇਜ਼ੀ 'ਚ ਵੀ ਛਪ ਗਿਆ, ਰਸ਼ੀਅਨ ਲੈਂਗੁਏਜ 'ਚ ਛਪ ਰਿਹਾ, ਉਰਦੂ 'ਚ ਛਪ ਗਿਆ, ਹਿੰਦੀ 'ਚ ਛਪ ਗਈ ਉਹਨਾਂ ਦੀ ਸਵੈ ਜੀਵਨੀ ਛਾਂਗਿਆ ਰੁੱਖ, ਪਰ ਕਿਤੇ ਨਾ ਕਿਤੇ ਤੁਹਾਨੂੰ ਉਹਨਾਂ ਦੇ ਵਿੱਚੋਂ ਕੁਝ ਟਿੱਪਣੀਆਂ ਐਸੀਆਂ, ਕੁਝ ਚੈਪਟਰ ਐਸੇ ਮਿਲਦੇ ਨੇ ਜਿੱਥੇ ਉਹ ਤੁਹਾਨੂੰ ਕਿਤੇ ਕਰੁਣਾ, ਦਇਆ, ਪਿਟੀ ਲੈਂਦਾ ਰਾਈਟਰ ਜਿਹੜਾ ਹੈ ਉਹ ਮਹਿਸੂਸ ਹੁੰਦਾ। ਮੈਂ ਮਹਿਸੂਸ ਕੀਤਾ ਉਹਨਾਂ ਦਾ ਉਹ ਸਾਰੇ ਦਾ ਸਾਰਾ ਪੜ੍ਹਦੇ ਹਾਂ ਤਾਂ ਇਹ ਨਾਵਲ ਦੇ ਵਿੱਚ ਮੈਂ ਤੁਹਾਨੂੰ ਇੱਕ ਪੈਰਾ ਪੜ੍ਹ ਦਿੰਦਾ ਹੈ। ਜ਼ਰੂਰੀ ਆ ਇਹਦਾ ਪੜ੍ਹਨਾ, ਕਿਉਂਕਿ ਜਦੋਂ ਮੈਂ ਨਾਲ ਮੁੱਢ ਬੈਠੇ ਨੇ ਚੰਦਨ ਪਾਂਡੇ ਹੋਰੀ, ਜਦੋਂ ਐਡੇ ਵੱਡੇ ਸਰੋਕਾਰਾਂ ਦੀ ਗੱਲ ਕਰਦੇ ਆ ਤਾਂ ਪੰਜਾਬ 'ਚ ਬੈਠੇ ਹੋਏ ਰਾਈਟਰ ਅਸੀਂ ਪੰਜਾਬੀਆਂ ਨੂੰ ਹਿੰਦੀ ਦੇ ਬਰਮੇਚਮਾ ਦੇਖਦੇ ਹਾਂ। ਮੈਂ ਹੈਰਾਨ ਹੁੰਨਾ ਆ, ਪਿਛਲੇ ਸਮਿਆਂ ਦੇ ਵਿੱਚ ਅਸੀਂ ਵਾਰ-ਵਾਰ ਸੁਣਦੇ ਰਹੇ ਸਾਡੀ ਕਹਾਣੀ ਵਿਸ਼ਵ ਪੱਧਰ 'ਤੇ ਕਿੱਥੇ ਖੜੀ ਆ, ਸਾਡਾ ਸਾਹਿਤ ਵਿਸ਼ਵ ਪੱਧਰ 'ਤੇ ਕਿੱਥੇ ਖੜਾ। ਮੈਂ ਤੁਹਾਨੂੰ ਹਿੰਦੀ ਦੇ ਮੁਕਾਬਲੇ ਕਿੱਥੇ ਖੜਾ ਉਹ ਦੱਸਣ ਲੱਗਾ, ਕਿਉਂਕਿ ਇਹਦੇ ਤੇ ਮੋਹਰ ਸਿੱਧੂ ਦਮਦਮੀ ਦੀ ਲੱਗੀ ਹੋਈ ਆ। ਮੈਂ ਤਾਂ ਤੁਹਾਨੂੰ ਸੁਣਾਉਣਾ ਚਾਹੁੰਦਾ ਕਿ ਸਿੱਧੂ ਦਮਦਮੀ ਦੀ ਮੋਹਰ ਡਜ਼ਨਟ ਮੀਨ ਕਿ ਉਹ ਸਾਹਿਤ ਹੁੰਦਾ ਆ। ਮੈਨੂੰ ਦੁੱਖ ਲੱਗਾ ਕਿ ਉਹਨਾਂ ਨੇ ਆ ਸਾਹਿਤ ਨੂੰ ਸਾਹਿਤ ਕਿਹਾ। ਮੈਂ ਅੜਿਆ ਰੰਗ ਦੱਸਵੇ ਕਿਵੇਂ। ਖੈਰ, ਕਥਾ ਚੱਲ ਰਹੀ ਹੈ, ਰਸਤੇ 'ਚ ਬੜੇ ਲੋਕ ਆਉਣਗੇ, ਬੜੀ ਕਾਲਖ ਰਲੇਗੀ। ਪੇਜ ਇਹ ਹੈਗਾ ਆ 30ਵਾਂ ਤੇ ਲੋਕ ਆਉਣਗੇ, ਕਾਲਖ ਰਲੇਗੀ। ਡਿਸਾਈਡ ਕਰ ਰਹੀ ਆ ਕਿ ਜਿਹੜੇ ਲੋਕ ਆਉਣਗੇ ਉਹਨਾਂ ਦੇ ਮੱਥੇ ਤੇ ਕਾਲਖ ਰਾਈਟਰ ਨੇ ਪਹਿਲਾਂ ਹੀ ਲਾ ਰੱਖੀ ਆ, ਉਹ ਹੀ ਲੋਕ ਆਉਣਗੇ। ਔਰ ਐਂਡ ਤੱਕ ਮੈਂ ਪੜ੍ਹ ਗਿਆ ਇਹਨੂੰ, ਕਾਲਖ ਵਾਲੇ ਲੋਕ ਹੀ ਆਏ, ਪਰ ਮੈਂ ਉਹਨਾਂ ਸਹਿਮਤ ਨਹੀਂ ਹੋ ਸਕਿਆ ਕਿ ਆਇਆ ਇਹ ਨਾਵਲ ਹੈ, ਇਹ ਫਿਕਸ਼ਨ ਹੈ, ਇਹ ਲਿਟਰੇਚਰ ਹੈ ਜਾਂ ਨਹੀਂ। ਮੇਰੇ ਸਾਹਮਣੇ ਸਵਾਲ ਪੈਦਾ ਹੋ ਗਿਆ। ਮੈਂ ਇੱਕ ਕੱਪੜਾ ਅਜੇ ਤੱਕ ਸੰਭਾਲ ਕੇ ਰੱਖਿਆ ਹੋਇਆ। ਮੇਰੀ ਪਹਿਲੀ ਰਾਤ ਮੇਰੀ ਇੱਕ ਜਠਾਣੀ ਰਿਸ਼ਤੇ 'ਚੋਂ ਮੇਰੇ ਕੋਲ ਆਈ ਤੇ ਇੱਕ ਕੱਪੜਾ ਵਗਾ ਕੇ ਮੇਰੇ ਵੱਲ ਸੁੱਟ ਕੇ ਬੋਲੀ, ਲੈ ਵੋਟੀਏ ਪੂੰਝ ਲਵੀਂ, ਹੋਰ ਨਹੀਂ ਹੈਗਾ, ਤੇ ਚਲੀ ਗਈ। ਤੇ ਸਾਰੀ ਰਾਤ ਉਸ ਕੱਪੜੇ ਨਾਲ ਮੈਂ ਹੰਝੂ ਪੂੰਝਦੀ ਰਹੀ। ਜਦੋਂ ਮੈਂ ਮਾਂ ਵੱਲ ਸ਼ਿਫਟ ਹੋ ਰਹੀ ਸਾਂ ਤਾਂ ਮੇਰੇ ਮਹਿਬੂਬ ਪਤੀ ਨੇ ਮੈਨੂੰ, ਮੇਰੇ ਸਮਾਨ ਨੂੰ, ਬੱਚਿਆਂ ਨੂੰ ਛੱਡਿਆ ਤੇ ਜਾਣ ਲੱਗਾ। ਮੈਂ ਕਿਹਾ ਕਿੱਧਰ ਚੱਲੇ ਹੋ? ਤੇ ਅੱਗੋਂ ਮੈਨੂੰ ਚੁੰਮ ਕੇ ਕਿਹਾ, ਮੈਡਮ ਮੈਂ ਨਹੀਂ, ਤੁਸੀਂ ਸ਼ਿਫਟ ਹੋਏ ਹੋ, ਲਿਆਓ ਮੇਰਾ ਕੱਛਾ ਬਨੈਣ ਤੇ ਬੂਟ, ਮੈਂ ਤੜਕੇ ਕੰਮ ਤੇ ਜਾਣਾ। ਤੇ ਉਸੇ ਰਾਤ ਉਹ ਕਿਤੇ ਪਾਰਟੀ ਤੇ ਵੀ ਗਿਆ। ਫਿਰ ਉਸਨੇ ਕਿਹਾ ਮੇਰਾ ਜਦੋਂ ਜੀ ਕਰੇਗਾ ਮੈਂ ਉਦੋਂ ਆਵਾਂਗਾ, ਭਾਵ ਕਿ ਜਿਵੇਂ ਮੈਂ ਰਖੇਲ ਬਣ ਕੇ ਰਹਾਂਗੀ। 4-5 ਦਿਨ ਬਾਅਦ ਆਉਂਦਾ ਹੌਲਾ ਹੋਣ ਤੇ ਮੈਨੂੰ ਹਲਕਾ ਲਿਖਿਆ ਹੋਇਆ, ਵੈਸੇ ਉਹਨੇ ਹਲਕਾ ਲਿਖਣਾ ਹੋਣਾ, ਹਲਕਾ ਕਰਕੇ ਚਲਾ ਜਾਂਦਾ। ਮੈਨੂੰ ਆਪਣਾ ਆਪ ਬੜਾ ਗਲੀਜ਼ ਲੱਗਦਾ। ਇਹੋ ਜਿਹੀ ਫੀਲਿੰਗ ਮੈਨੂੰ ਇਹ ਨਾਵਲ ਪੜ੍ਹ ਕੇ ਆਈ ਸੀ। ਮੈਂ ਸੀਰੀਅਸ ਪੁਆਇੰਟ ਦੇ ਉੱਤੇ ਆ ਰਿਹਾ ਕਿ ਕਿਸ ਤਰੀਕੇ ਦਾ ਤਸ਼ੱਦਦ ਉਸ ਬਾਰਡਰ ਦੇ ਉੱਤੇ, ਉੱਤਰ ਪ੍ਰਦੇਸ਼ ਬਿਹਾਰ ਦੇ ਬਾਰਡਰ ਦੇ ਉੱਤੇ ਲੜਨ ਵਾਲੇ ਲੋਕਾਂ ਦੇ ਨਾਲ, ਜਿਨ੍ਹਾਂ ਨੂੰ ਅਰਬਨ ਨਕਸਲ ਅੱਜ ਕੱਲ੍ਹ ਕਿਹਾ ਜਾਂਦਾ ਹੈ ਤੇ ਇੱਕ ਵੱਖਰਾ ਨਰੇਟਿਵ ਘੜਿਆ ਜਾਂਦਾ, ਉਹਨਾਂ ਦੇ ਨਾਲ जांचना का भाव था। 2 पुलिस वालों ने उन्हें दालान की चौखट पर रोक रखा था। पहला सर ऊपर किए लेकिन आंखें बंद किए खंबे से लगा खड़ा था, दूसरा दासे पर बैठा था, गर्दन में सलवटें देकर इनकी तरफ देख रहा था और पूछने पर यही कहता कि सुन रहा था, लेकिन लगातार वही बोले जा रहा था। उसके पैर फैले हुए थे और इन पैरों के बीच में अपना रोल, बेंत की चमकाई हुई, तेल पिलाई हुई छड़ी धरती का सीना चीरने के अंदाज में धरती में दंसाए जा रहा था। इट्स सिंबॉलिक। वो छड़ी धरती और धरती दे सीने च कहना, यू कैन इमेजिन कि लिटरेचर मल्टी डायमेंशनल, परत दर परत किमें गहरा हुंदा आ लिटरेचर। एक फिकरा किमें इस पासे नूं हॉरीजेंटल वर्टिकल नहीं बट डेप्थ दे विच जां उतां अछाइयां कित्थे तक छू रहा हुंदा। अनसुया के साथ आए हुए 3 कम उम्र के युवक ना सिर्फ अपने डील डॉल से बल्कि अपनी उत्तेजना से भी पहचान में आ जा रहे थे। अनसुया कमर पर हाथ रखे थी, कुछ इस तरह हाथ रखे थी जैसे उसी पकड़ के सहारे वो खड़ी हो। फिर देखो, फिर यानी अपने आप नूं सहारा वो किमें देख रहा यार। नरेटिव जिहड़ा है वो कैसा, जो वृतांतकार है, नरेटर जो है वो किमें देख रहा उन्होंने और किमें उस देखदे दे विचों ओदियां सारियां ही बीमारियां, ओदियां कुंठावां, ओदी तड़प, ओदा दुख, ओदा दर्द, ओदा पिछोकड़, ओदा भविख, ਉਹਦੇ ਸਿਰਫ ਖੜੇ ਹੋਣ ਦੇ ਦੇਖਣ ਦੇ ਅੰਦਾਜ਼ ਤੋਂ ਤੁਹਾਡੇ ਸਾਹਮਣੇ
ਖੋਲ ਦਿੰਦਾ। ਇਹ ਹੁੰਦੀ ਹੈ ਰਚਨਾ ਕਿਸੇ ਦੀ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਮੈਂ ਇੱਕ ਪੈਰਾ ਪੜ੍ਹ ਕੇ ਸੁਣਾਵਾਂਗਾ ਪੂਰਾ ਨਾਵਲ ਤੁਹਾਡੇ ਸਾਹਮਣੇ। ਆਪਣਾ विशाल जड़ा है वो सहारे वो खड़ी हो, घिसकर उदास हो चुके हरे रंग का ढीला सूट डाले हुए थी। घिस देखो सूट उदास हो गया यार, माई गॉड। लाल सिंह दिल याद आउंदा कांगले दे कोल कंधां डुल्लियां। हाय हाय हाय, कंधां जदों डुलदियां ना, जदों सूट घिस के उदास हो जांदा। ये पोइट्री है, ये लिटरेचर आ कि ओदा घिसकर उदास हो चुके हरे रंग का ढीला सूट डाले हुए थी और दुपट्टा जो था फिरोजी रंग का करीने से लिपटा हुआ था। दोहरा होकर दुपट्टा बोलन लग पैंदा है। दुपट्टा तुहाडे सामने बोल रहा, दुपट्टा जो था फिरोजी रंग का करीने से लिपटा हुआ। दोहरा होकर यह सब मैं पीछे से सामने आते हुए लम्हे में देख रहा था। ऐन इसी वक्त वह वाक़या हुआ कि अगर आँखों के सामने ना घटित होता तब शायद मैं कभी यकीन नहीं कर पाता। पहले यकीन की बात कर लूँ, क्यों यकीन नहीं करता? लेखक होने के बावजूद मनुष्य से अधिक व्यवस्था में और संगठन में यकीन करता हूँ। इसलिए या इसलिए कि इस संगठन ने, जिसे पुलिस कहते हैं, मुझे बख्श रखा है। इसलिए, किस लिए? उस नीच, माफ़ कीजिए, नीचे बैठे पुलिस वाले ने अपना रोल उठाया जिसके निचले सिरे पर गीली मिट्टी लगी थी और ड्रिल करने के उसी अंदाज में अनसुया के पेट में चुभो दिया। ड्रिल करने के उसी अंदाज में घुमाने लगा और अक्षरों को चबा चबा कर पूछा, कितने महीने का है? तीनों युवक एक साथ चिल्ला पड़े और शायद वो दोनों सिपाही इसी पल का, इसी मोहलत का इंतज़ार कर रहे थे। बेंत की आवाज़ गालियों की आवाज़ पर भारी पड़ती जा रही थी। फिक्रा देखो, बेंत की आवाज़ गालियों की आवाज़ पर भारी पड़ती जा रही थी, लेकिन मर्म भेद देने वाली आवाज़ वह थी जो लगातार गिरती दो बेंतों के बीच आ रही थी। दो अपराधी और तीन मनुष्य, जब दो सिपाही तथा तीन अपराधी। कैसे देखता मैं इस दृश्य को, ज़माना कैसे देख रहा था। यू कैन इमेजिन। और फिर चंदन के इस तरीके दे नाल उस बंदे दी डॉक्यूमेंटरी दे डॉक्यूमेंट्स दे हवाले, ਉਹਦੀ डायरीज दे हवाले, इनू उत्थों लैके जाण दे हवाले, पुलिस दे उत्ते ਉਹਦਾ दबदबा बनन दे हवाले कि इस तरीके दे नाल जे ਉਹ ਦਿੱਲੀ ਤੋਂ ਆਇਆ है ਤਾਂ ਸੈਂਟਰ ਦੇ ਵਿੱਚ ਆਫੀਸਰਸ ਉਹਦੇ ਸਹੁਰਿਆਂ ਦੇ ਵਿੱਚੋਂ ਹੈ, ਉਹਨਾਂ ਤੋਂ ਕਿਵੇਂ ਬਚਣਾ ਹੈ। ਮਿਡਲ ਕਲਾਸੀ ਬੰਦੇ ਦੀ ਸੋਚ ਦੇ ਆਪਣੇ ਪਰਛਾਵੇਂ ਹੁੰਦੇ ਨੇ, ਆਪਣਾ ਕਿਤੇ ਨਾ ਕਿਤੇ ਅੰਦਰੋਂ ਅੰਦਰੀ ਕਚੋਟ ਰਿਹਾ ਹੁੰਦਾ ਹੈ। ਜੇ ਉਹ ਰਾਈਟਰ ਹੈ, ਲੇਖਕ ਹੈ ਇਸ ਨਾਵਲ ਦੇ ਵਿੱਚ, ਤਾਂ ਉਹਦੀ ਕਿਤੇ ਨਾ ਕਿਤੇ ਸੰਵੇਦਨਾ ਹੈ, ਜਾਂ ਉਹਦੀ ਦੋਸਤ ਆ ਜਿਹਦੇ ਨਾਲ ਉਹ ਕਿਤੇ ਜੁੜਾਓ ਰਿਹਾ ਹੋਇਆ ਹੈ। ਉਹਦਾ ਇੰਨਾ ਕੁ ਜੜਾਓ ਹੈ ਕਿ ਉਹ ਪਿੱਛੇ ਫਿਰ ਜਦੋਂ ਅਤੀਤ 'ਚ ਜਾਂਦਾ ਹੈ ਤਾਂ ਛੋਟੀਆਂ ਛੋਟੀਆਂ ਛੋਹਾਂ, ਉਹਦੀ ਯਾਦ ਦੀਆਂ ਛੋਹਾਂ, ਆਪਣੀ ਵਾਈਫ ਦੀਆਂ ਛੋਹਾਂ, ਉਹਦੀ ਮੁਹੱਬਤ ਨੂੰ ਲੈ ਕੇ, ਜਾਂ ਉਹਦੀ ਫੋਟੋ ਕਿਰਨ ਨੂੰ ਲੈ ਕੇ। ਉਹਦੀ ਫੋਟੋ ਕਰਦੀ ਹੈ ਸਟਾਰਟਿੰਗ ਦੇ ਵਿੱਚ ਹੀ ਉਹਦੀ ਕਿਤਾਬ ਦੇ ਵਿੱਚੋਂ, ਅਨਸੂਇਆ ਦੀ, ਜਿਹੜੀ ਚਿਰਾਂ ਦੀ ਕਿਤੇ ਵਿਆਹੀ ਗਈ ਆ, ਦੂਰ ਕਿਤੇ ਵਿਆਹੀ ਗਈ, ਤਾਂ ਉਹਦੀ ਵਾਈਫ ਉਹ ਫੋਟੋ ਨੂੰ ਲੈ ਕੇ ਤਕਰਾਰ ਹੁੰਦਾ ਕਿਵੇਂ ਹੌਲੀ ਹੌਲੀ ਉਹ ਸਾਰੇ ਦੇ ਸਾਰੇ ਨਿੱਕੇ ਨਿੱਕੇ ਵੇਰਵਿਆਂ ਦੇ ਨਾਲ ਇਹਦਾ ਉੱਥੇ ਜਾਣਾ ਜਾਂ ਇੱਧਰ ਆਉਣਾ, ਉਹ ਸਾਰੇ ਦਾ ਸਾਰਾ ਇਹਨਾਂ ਵੇਰਵਿਆਂ ਬਾਰੇ ਮਹੇਸ਼ ਵਰਮਾ ਹੋਰਾਂ ਨੇ, ਹਾਲਾਂਕਿ ਕੁਨਾਲ ਸਿੰਘ ਹੋਰੀ ਸਾਡੇ ਦੋਸਤ ਨੇ, ਫਿਕਸ਼ਨ ਰਾਈਟਰ ਨੇ, ਸ਼ਾਰਟ ਸਟੋਰੀ ਰਾਈਟਰ ਨੇ, ਬੜੇ ਵਧੀਆ। ਉਹਨਾਂ ਨੇ ਵੀ ਚੰਦਨ ਬਾਰੇ ਥੋੜ੍ਹਾ ਜਿਹਾ ਫਿਕਰਾ ਲਿਖਿਆ ਆ, ਪਰ ਬਹੁਤਾ ਖੁੱਲ੍ਹ ਕੇ ਨਹੀਂ ਲਿਖਿਆ। ਪਰੰਤੂ ਮਹੇਸ਼ ਵਰਮਾ ਹੋਰਾਂ ਦਾ ਮੈਂ ਇਹ ਟਿੱਪਣੀ ਇਸ ਨਾਵਲ ਬਾਰੇ ਪੜ੍ਹ ਦਿੰਨਾ, ਬਹੁਤ ਜ਼ਰੂਰੀ ਹੋਏਗੀ। ਪਰ ਉਹਨਾਂ ਤੋਂ ਮੈਂ ਕੁਛ ਵੱਖਰਾ ਆਪਣੇ ਮਨ 'ਚ ਸੋਚਦਾ ਇਸ ਨਾਵਲ ਬਾਰੇ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦਾਂਗਾ। ਬਹੁਤੀ ਡਿਟੇਲ 'ਚ ਨਾ ਜਾਈਏ। ਚੰਦਨ ਪਾਂਡੇ ਦਾ ਰਾਜਕਮਲ ਪ੍ਰਕਾਸ਼ਨ ਨੇ ਛਾਪਿਆ। ਹਾਂ, ਇਹ ਨਾਵਲ ਪੰਜਾਬੀ 'ਚ ਵੀ ਹੋ ਗਿਆ, ਰੀਥਿੰਕ ਪਬਲਿਸ਼ਰਸ ਨੇ ਇਹ ਛਾਪਿਆ। ਮੈਨੂੰ ਉਹਨਾਂ ਨੇ ਭੇਜਿਆ ਹੋਇਆ, ਮੇਰੇ ਕੋਲ ਆਇਆ ਨਹੀਂ। ਤੁਹਾਨੂੰ ਅਸੀਂ ਟਾਈਟਲ ਜ਼ਰੂਰ ਸ਼ੇਅਰ ਕਰ ਦਿਆਂਗੇ ਐਡਿਟ ਵੇਲੇ, ਮੈਂ ਆਪਣੇ ਦੋਸਤਾਂ ਨੂੰ ਕਹਾਂਗਾ। ਔਰ ਹਰਜੋਤ ਬੰਟੀ ਕੋਈ ਯੰਗ ਨੌਜਵਾਨ ਹੈ, ਮੈਂ ਪਹਿਲਾਂ ਨਾਮ ਤਾਂ ਨਹੀਂ ਸੁਣਿਆ ਹੋਇਆ। ਔਰ
मैं दुआ करदा हाँ, मैनूं उम्मीद आ इन्हां ने बहुत अच्छा अनुवाद किया होएगा। चंदन जिवें मैनूं दस रहा सी, चंदन पांडे कि उन्होंने हरजोत बांटी उन्होंने बहुत मेहनत करके पंजाबी च अनुवाद किया है। रीथिंक पब्लिशर्स ने पंजाबी च छापिया, पब्लिश हो चुका है। वो डाक राही मेरे तक पहुँचया नहीं, पहुँच जाएगा। तुसीं पंजाबी वाले पंजाबी तो हिंदी वाले हिंदी च पढ़ सकते पेपर बैक सीरीज़ राज कमल की। तो मैं महेश वर्मा होरां दी टिप्पणी इस नावल के बारे जे पढ़ देवां तां गहरी राजनीतिक, इट्स अ पोलीटिकल नावल जिवें आपां देखिया ही आ। तो गहरी राजनीतिक सामाजिक पक्षधरता का गद्य होते हुए भी चंदन का वैधानिक गल्प तीव्र आंतरिक भावनाओं और संवेदनाओं का साथ नहीं छोड़ता। इस मुश्किल जगह से रचे जाने के बावजूद कमाल यह भी है कि यह गल्प के पारंपरिक तत्वों जैसे रहस्य, रोचकता और अंततः पठनीयता को बचाए रखता है। प्यार, क्रूरता और प्रतिरोध चंदन के यहाँ अपने सूक्ष्म और समकालीन रूपों में प्रकट होते हैं, जो न सिर्फ चकित करता है बल्कि पाठक की चेतना में कुछ सकारात्मक जोड़ जाता है। मैं ये विच कुछ वाधा करना चाहता हाँ। इस सारिया खूबियां दे नाल नाल चंदन दा एक भी सेंटेंस ये फालतू नहीं है, एक भी सेंटेंस वो नहीं है ਜਿਹੜੇ इस सारे पोलीटिकल पासारे नूं पैर पैर दे उत्ते नंगिया ना करता होवे, और जां वो जे इस टाइम दे पॉलिस सिस्टम नूं नंगिया करदा आ तो वो किते गहन दे विच कलोनीअल पीरीयड तो पिछे फ्यूडल पीरीयड तक दियां वो जड़ां नंगिया कर जांदा अपने एक एक सेंटेंस दे जरिए। तुसीं ध्यान नाल पढ़ो तो वह एक एक फिकरा और किमें वो पोइटिक है, किमें जे मैं दिल नूं याद कर बार बार करदा कि वो हमला कर दिता आ तो वो कांगड़े ने तो महल ढह रहे आ तो दिल नूं दिख रहा है कि मीनाकारी सने कंधां ढहिंदियां, कंधां ढहिंदियां किसी नूं भी दिख सकदियां, पर कंधां ढहिंदियां दे नाल मीनाकारी भी ढह रही है। ये पोइट्री च लाल सिंह दिल मैनूं लभदा सी कि उन्होंने मीनाकारी ढहिंदी दीदी आ, कंधा किसी भी दिख सकदियां, किसी भी राइटर नूं। चंदन दे कोल भी आण के मीनाकारी सने कंधा ढहिंदियां, चंदन भी कंधा ढहिंदियां दीदा पॉलीटिकल सारे सारे सीन दे विच, पुलिस तंत्र दे सीन दे विच जेड़ा नरेटिव पुलिस सिस्टम सिरज रहा है, पैरलल नरेटिव अपना नरेटिव ਉਹਦੇ ਵਿੱਚ किते ना किते सूई चोबदा है चंदन। पर उस नरेटिव्स दे विच जदों मीनाकारी सने कंधां ढहिंदियां ने ਉਹਦੇ जवाब दे विच कुछ लड़न वाले लोग गुम गुआच गए, लोग गुम कर दिते गए, गुआ दिते गए। FIR लॉन्च नहीं हो रही जिन्हां दी लोड़, लोग जिहड़े मार सह रहे ने, लड़ रहे ने, जिंदा दिल ने और एक हुब की लड़ाई लड़ते ने, एक जित की लड़ाई लड़ते ने। उन्होंने सैल्यूट कह रहा चंदन पांडे का वैधानिक गल्प। मैं चंदन पांडे मेरा अजीज़ दोस्त है, मैं अजीज़ शब्द नहीं वरतदा हुन्ना पर चंदन लई वरतदा। मेरे नाल इन्नी उहदी मुहब्बत ही इन्नी है, असीं दहाकियां तो वध समय दे मित्र हाँ। चंदन का यह नावल उस मित्रता चो नहीं, पर चंदन के इस नावल ने मैनू जरूर मजबूर किया है कि आने वाले समय दे विच जे कोई रचना होवे तो साडियां इन्हां लड़ाइयां दे मद्दे नज़र ही आनी चाहिए। और खास करके नावल के खेत्र दे विच, क्योंकि मैं नावल दे विच एक्सपैरीमेंट भी किए ने, मैं वो लड़ाइयां दी गल भी तसीहे कदे बुढ़े नहीं होंदे जिन्हें मेरे मित्रों ने पढ़िया होएगा, किते ना किते मेरी भी कोशिश है। पर चंदन ने फिर मैनू ठोकर मारी है कि साडी लड़ाई वैधानिक गल्प है। ये अगले 2 पार्ट चंदन लिख रहा है, मेरे नाल फोन ते हुई वार्तालाप च उन्हें दस्सिया है। मैं उहदे लई दुआ गो।